ਬੱਬੂ ਮਾਨ ਹੁਣਾਂ ਨੇ ਉਹ ਜਾਗਦਾ ਕਿ ਜਿਉਂਦਾ ਪੰਜਾਬ ਬਣਾਈ ਆ, ਉਹ ਲੈ ਕੇ ਮੈਨੂੰ ਵੀ ਕਹਿੰਦੇ ਵੀ ਤੂੰ ਅੱਗੇ ਲੱਗ ਤੇ ਤੂੰ ਆ ਸਾਡੇ ਨਾਲ। ਤੁਸੀਂ ਕੈਪਟਨ ਵਰਗਾ ਹੀ ਬੰਦਾ ਦੇਖ ਲਓ, ਇੰਨਾ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਦੱਸਦਾ, ਇੱਕ ਮਹਾਰਾਜ ਇੱਕ ਘਰਾਣੇ 'ਚ ਹੋ ਕੇ ਆਪਣੀ ਸੋਚ ਤੋਂ ਮਤਲਬ ਬਿਲਕੁਲ ਕੋਰਾ, ਕੋਈ ਵੀ ਨਹੀਂ ਨਿਕਲਿਆ ਹੁਣ ਤੁਸੀਂ ਦੇਖ ਲਓ, ਚੰਨੀ ਵੀ ਕਹਿੰਦਾ ਵੀ ਮੈਂ ਸਿਕਿਉਰਿਟੀ ਨਹੀਂ ਲੈਣੀ, ਮੈਂ ਸਿਕਿਉਰਿਟੀ ਨਹੀਂ ਲੈਣੀ, ਫਲਾਨਾ ਨਹੀਂ ਕਰਨਾ, ਫਿਰ ਇਹਨੇ ਹਜ਼ਾਰ ਬੰਦੇ ਮਗਰ ਕਿਉਂ ਲਾਏ ਹੋਏ। ਜਿਹੜਾ ਹੁਣ ਕੇਜਰੀਵਾਲ ਆ ਰਿਹਾ, ਆਪਾਂ ਨੂੰ ਇਹੀ ਦੱਸਿਆ ਜਾ ਰਿਹਾ ਕਿ ਅਬ ਕੀ ਬਾਰ ਕੇਜਰੀਵਾਲ ਦੀ ਸਰਕਾਰ। ਹੁਣ ਇੱਥੇ ਕਾਂਗਰਸ ਵਾਲੇ ਆ ਤਾਂ ਕਹਿ ਨਹੀਂ ਰਹੇ ਕਿ ਅਬ ਕੀ ਬਾਰ ਰਾਹੁਲ ਜਾਂ ਸੋਨੀਆ ਦੀ ਸਰਕਾਰ, ਠੀਕ ਹੈ ਨਾ। ਈਵਨ ਬੀਜੇਪੀ ਵਾਲੇ ਵੀ ਨਹੀਂ ਕਹਿ ਰਹੇ ਕਿ ਮੋਦੀ ਦੀ ਸਰਕਾਰ ਹੋਊਗੀ। NRIs ਵੀ ਬਿਲਕੁਲ ਚੁੱਪ ਨੇ ਇਸ ਵਾਰੀ, ਉਹਨਾਂ ਦਾ ਕੋਈ ਇੰਟਰਸਟ ਕੋਈ ਬਹੁਤਾ ਸਾਹਮਣੇ ਨਹੀਂ ਆਇਆ। ਅਕਾਲੀ ਦਲ ਜਿਹੜਾ ਨੇ ਮਿਹਨਤ ਬਹੁਤ ਕਰ ਰਹੇ ਹੋਣ, ਪਰ ਫਰਕ ਪੈ ਚੁੱਕਿਆ ਨਾ ਸਿੱਖਾਂ ਦੇ ਮਨਾਂ ਵਿੱਚੋਂ। ਅਕਾਲੀ ਦਲ ਦੀ ਹੁਣ ਉਹ ਰਿਸਪੈਕਟ ਨਹੀਂ ਰਹੀ। ਤੇ ਰਾਜੇਵਾਲ ਹੋਣਾ ਤੇ ਪਹਿਲੀ ਕੁਐਸਚਨ ਉੱਠ ਰਹੇ ਸੀ ਆਉਣ ਤੋਂ ਪਹਿਲੇ ਕਿ ਇਹ ਪੋਲੀਟੀਕਲ ਜੰਪ ਕਰਨਗੇ। ਈਵਨ ਜੇ ਇਹਨਾਂ ਨੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਦੇ ਕੋਲੇ ਪ੍ਰੋਟੈਸਟ ਵੀ ਕੀਤਾ, ਉਦੋਂ ਬਾਅਦ ਇਹਨਾਂ ਨੇ ਇੱਕ ਤਰ੍ਹਾਂ ਨਾਲ ਮਿੰਨਤਾਂ ਹੀ ਕੀਤੀਆਂ ਵੀ ਸਾਨੂੰ ਪਤਾ ਹੀ ਨਹੀਂ ਸੀ ਪ੍ਰਧਾਨ ਮੰਤਰੀ ਨੇ ਆਉਣਾ, ਫਿਰ ਤੁਹਾਨੂੰ ਘਬਰਾਹਟ ਕਿਉਂ? ਪ੍ਰਧਾਨ ਮੰਤਰੀ ਵੀ ਤਾਂ ਉਹ ਰੈਲੀ ਤੇ ਹੀ ਜਾ ਰਿਹਾ ਸੀ, ਫਿਰ ਇੰਨਾ ਕੁ ਜ਼ੁਰਤ ਤਾਂ ਰੱਖੋ ਵੀ ਅਸੀਂ ਰੋਕਿਆ ਕਿਉਂ? ਫਿਰ ਤੁਹਾਨੂੰ ਜਦੋਂ ਪਤਾ ਹੀ ਲੱਗ ਗਿਆ ਸੀ ਕਿ ਪ੍ਰਧਾਨ ਮੰਤਰੀ ਆ ਗਿਆ, ਫਿਰ ਹਟ ਜਾਂਦੇ। ਸਗੋਂ ਪ੍ਰਧਾਨ ਮੰਤਰੀ ਨੂੰ ਜਾਣ ਦੇਣਾ ਚਾਹੀਦਾ ਸੀ, ਉਹ ਰੈਲੀ ਤੇ ਜਾਂਦਾ, ਫਿਰ ਦੇਖਦੇ ਉਹਦਾ ਕੀ ਰਿਐਕਸ਼ਨ। ਦੂਜਾ ਜਿਹੜਾ ਅਕਾਲੀ ਦਲ ਲਈ ਇਸ਼ੂ ਆ ਵੱਡਾ, ਕਿ ਇਹ ਬੇਅਦਬੀ ਵਾਲੇ ਕੇਸ ਨੂੰ ਰਾਈਟਲੀ ਹੈਂਡਲ ਹੀ ਨਹੀਂ ਕਰ ਸਕਦੇ। ਜਾਂ ਇਹਨਾਂ ਦੇ ਰਾਘਵ ਚੱਡੇ ਵਰਗੇ ਹੋਏ ਹਨਾ, ਕੱਲ ਦੇ ਜਵਾਕ ਆ ਯਾਰ। ਆਪਣਾ ਪੰਜਾਬ ਦਾ ਪੁਰਾਣਾ ਇਤਿਹਾਸ ਆ, ਉਹ ਆਪਾਂ ਨੂੰ ਦੱਸ ਰਿਹਾ ਵੀ ਤੁਸੀਂ ਜਿਉਣਾ ਕਿਵੇਂ ਆ। ਸਹੀ। ਕੀ ਪੰਜਾਬ ਇੰਨਾ ਨਪੁੰਸਕ ਹੋ ਗਿਆ? ਜੇ ਉਹਨਾਂ ਦੇ ਨਾਲ ਭਗਵੰਤ ਮਾਨ ਹੁਣੀ ਜਾਂ ਹੋਰ ਜਾਂਦੇ ਵੀ ਨੇ, ਉਹ ਚੁੱਪ ਕਰਕੇ ਜਿਵੇਂ ਇੱਕ ਨਾ ਬੜਾ ਡਰਿਆ ਹੋਇਆ ਸ਼ਖਸ ਹੁੰਦਾ, ਉਹ ਐਂ ਬੈਠੇ। ਜਿਹੜਾ ਹੁਣ ਦਰਬਾਰ ਸਾਹਿਬ 'ਚ ਹੋਇਆ, ਉਹ ਵੀ ਬੇਸਿਕਲੀ ਅਕਾਲੀ ਦਲ ਦੀ ਸਬਸਿਡਰੀ ਆ SGPC। ਇਹਨਾਂ ਨੇ ਆਪਣੇ ਆਪ ਹੀ ਗਵਾਤਾ ਕੇਸ, ਲਿੰਚਿੰਗ ਹੀ ਕਰਦੀ। ਦਰਬਾਰ ਸਾਹਿਬ 'ਚ ਲਿੰਚਿੰਗ ਕਰ ਦੋਗੇ ਯਾਰ, ਹਾਊ ਕੈਨ ਦੈਟ? ਤੁਸੀਂ 50 ਨੰਬਰ ਕਮਰੇ 'ਚ ਲੈ ਆਏ, SGPC ਦਾ ਪ੍ਰੈਜ਼ੀਡੈਂਟ ਆ ਗਿਆ, ਤੁਸੀਂ ਫਿਰ ਜਾਂ ਤਾਂ ਕਹਿ ਦਿਓ ਵੀ ਅਸੀਂ ਕਾਨੂੰਨ ਮੰਨਦੇ ਹੀ ਨਹੀਂ। ਅੱਜ ਮਤਲਬ ਕਿ ਆਪਾਂ ਸਿਰਫ 16% ਹੈਗੇ ਆ ਚੰਡੀਗੜ੍ਹ ਦੀ ਪਾਪੂਲੇਸ਼ਨ, ਆਪਾਂ ਇੰਨਾ ਲੂਜ਼ ਕਰ ਚੁੱਕੇ ਹਾਂ। ਭਾਖੜਾ ਮੈਨੇਜਮੈਂਟ ਬਾਰੇ ਤਾਂ ਬਹੁਤਿਆਂ ਨੂੰ ਪਤਾ ਹੀ ਨਹੀਂ ਵੀ ਉਹ ਕੰਟਰੋਲ ਆਪਣਾ ਹੈਗਾ ਸਰਹੰਦ ਨਹਿਰ ਜਿੱਥੋਂ ਆਉਂਦੀ ਆ, ਉਹ ਕੰਟਰੋਲ ਤਾਂ ਪੰਜਾਬ ਦਾ, ਪਰ ਹੈ ਸੈਂਟਰ ਕੋਲੇ ਆ। PNO ਮੀਡੀਆ ਗਰੁੱਪ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ। ਦੋਸਤੋ, ਮੈਂ ਸੁਖਨੈਪ ਸਿੰਘ ਸਿੱਧੂ ਲੁਧਿਆਣੇ ਤੋਂ ਤੁਹਾਡੇ ਨਾਲ ਸਾਂਝ ਪਾ ਰਿਹਾ। ਇਸ ਵਕਤ ਅਸੀਂ ਗੱਲਬਾਤ ਕਰਨੀ ਹੈ ਇਲੈਕਸ਼ਨ ਦੇ ਬਾਬਤ, ਕਿਉਂਕਿ ਰਾਜਨੀਤੀ ਸਾਡੇ ਵਾਸਤੇ ਬੜੀ ਲਾਜ਼ਮੀ ਆ। ਸਾਡੇ ਧਰਮ ਦੇ ਵਿੱਚ ਵੀ ਰਾਜਨੀਤੀ ਨਾਲ ਨਾਲ ਚੱਲਦੀ ਹੈ, ਔਰ ਚੱਲਦੀ ਰਹਿਣੀ ਵੀ ਚਾਹੀਦੀ ਹੈ। ਪਰ ਸਾਨੂੰ ਪੰਜਾਬੀਆਂ ਨੂੰ ਰਾਜਨੀਤੀ ਦੀ ਉਹੋ ਜਿਹੀ ਸੋਝੀ ਨਹੀਂ ਜਿਹੋ ਜਿਹੀ ਹੋਣੀ ਚਾਹੀਦੀ ਹੈ, ਤਾਂ ਕਰਕੇ ਬਹੁਤ ਵਾਰ ਕੋਈ ਨਾ ਕੋਈ ਆ ਕੇ ਸਾਨੂੰ ਧੋਬੀ ਪਟਕਾ ਮਾਰ ਦਿੰਦਾ ਹੈ। ਅੱਜ ਸਰਦਾਰ ਰਣਜੀਤ ਸਿੰਘ ਗਿੱਲ, ਜਿਨ੍ਹਾਂ ਨੂੰ ਕੁੱਕੀ ਗਿੱਲ ਕਰਕੇ ਵੀ ਜਾਣਿਆ ਜਾਂਦਾ, ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਵਾਸਤੇ ਇਕੱਤਰ ਹੋਏ ਹਾਂ, ਸਾਂਝ ਪਾਉਣੇ ਆ, ਜਾਣਦੇ ਹਾਂ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਤੇ ਕਿਹੜੀਆਂ ਖਾਮੀਆਂ ਜਿਹੜੀਆਂ ਉਹ ਸਾਨੂੰ ਨਜ਼ਰ ਆ ਰਹੀਆਂ। ਹਾਂਜੀ ਗਿੱਲ ਸਾਹਿਬ, ਸਵਾਗਤ, ਸਤਿ ਸ਼੍ਰੀ ਅਕਾਲ ਜੀ। ਕੱਲ੍ਹ ਨਾ ਇੱਕ ਸੋਸ਼ਲ ਮੀਡੀਆ ਤੇ ਪੋਸਟ ਘੁੰਮ ਰਹੀ ਸੀ, ਕਾਰਤੂਸ ਸੀ ਖਾਲੀ ਚੱਲੇ ਹੋਏ, ਕਹਿੰਦੇ ਵੀ ਇਹਨਾਂ ਦੀ ਕਿਹੜੀ ਪਾਰਟੀ ਨੂੰ ਵੱਧ ਲੋੜ ਹੈ। ਮੇਰੇ ਕੋਲ ਤਾਂ ਜਵਾਬ ਨਹੀਂ ਸੀਗਾ। ਤੁਹਾਡੇ ਮੁਤਾਬਕ ਇਹ ਚੱਲੇ ਹੋਏ ਕਾਰਤੂਸ ਆ ਕਿਹੜੀਆਂ ਪਾਰਟੀਆਂ 'ਚ ਜਾ ਰਹੇ ਨੇ, ਜਾਂ ਇਹਨਾਂ ਦੀ ਲੋੜ ਹੁੰਦੀ ਹੈ? ਜਿਹੜਾ ਨਾ ਰਾਜਨੀਤਿਕ ਜਿਹੜਾ ਕਲਚਰ ਆ, ਜਾਂ ਕਹਿ ਲਓ ਵੀ ਸੁਭਾਅ ਬਣ ਚੁੱਕਿਆ ਜੀ, ਉਹਦੇ ਵਿੱਚ ਵਿਚਾਰਧਾਰਕ ਮਤਲਬ ਕਿ ਕਮਜ਼ੋਰ ਪੈ ਚੁੱਕੀ ਜਾਂ ਮੰਨਫੀ ਹੋ ਗਈ, ਕਦੀ ਹੈ ਵੀ ਨਹੀਂ ਸੀ। ਇਸ ਕਰਕੇ ਇਸ ਤਰ੍ਹਾਂ ਦੇ ਕਲਚਰ ਨੂੰ ਜਿਹੜੀਆਂ ਦੋ ਮੁੱਖ ਰੂਪ ਵਿੱਚ ਪਾਰਟੀਆਂ ਇਸ ਤਰ੍ਹਾਂ ਦੇ ਕਲਚਰ ਨੂੰ ਬੋਚ ਰਹੀਆਂ ਨੇ, ਇੱਕ ਤਾਂ BJP ਆ ਜੀ ਮੁੱਖ ਰੂਪ ਵਿੱਚ, ਉਸ ਤੋਂ ਵੀ ਵੱਡੀ ਜਿਹੜੀ ਹੈਗੀ ਆ ਸੰਸਥਾ, ਉਹ ਆਮ ਆਦਮੀ ਪਾਰਟੀ। ਇਹ ਖਿੱਚ ਕੇ ਉਹ ਸੋਚਦੇ ਆ ਵੀ ਅਸੀਂ ਇੱਕ ਦਿਨ 'ਚ ਹੀ ਦੁੱਧ ਧੋਤਾ, ਸੋਚਦੇ ਆਪ ਵਾਲੇ ਵੀ ਹੋ ਗਿਆ ਬੰਦਾ। BJP ਵਾਲੇ ਸੋਚਦੇ ਵੀ ਬੰਦਾ ਰਾਸ਼ਟਰਵਾਦੀ ਹੋ ਗਿਆ। ਆਹ ਵਿਚਾਰਧਾਰਾ ਤੇ ਘੁੰਮ
ਪਰ ਫਿਰ ਗੱਲ ਉੱਥੇ ਆ ਜਾਂਦੀ ਹੈ ਜਿੱਥੋਂ ਸ਼ੁਰੂ ਆਪਾਂ ਕਰਨੀ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਵਿਚਾਰਧਾਰਕ ਮੁੱਦਿਆਂ ਦੇ ਨਾਲ ਜੁੜੇ ਹੋਏ ਲੋਕ ਆ ਉਹ ਸਰਵਾਈਵ ਕਰ ਸਕਦੇ ਆ, ਜਾਂ ਫਿਰ ਇਹ ਦਲ ਬਦਲੂ ਆ ਜਿਹੜੇ ਉਹ ਅੱਗੇ ਆਉਂਦੇ ਰਹਿਣਗੇ? ਪੰਜਾਬ ਵਿੱਚ ਜਿਹੜਾ ਨਾ ਪੋਲੀਟੀਕਲ ਡੀਪ ਵੈਕਿਊਮ ਆ, ਖਲਾਅ, ਇਹ ਅੱਜ ਦਾ ਨਹੀਂ ਆਇਆ, ਇਹ ਲੰਮੇ ਸਮੇਂ ਤੋਂ ਖਲਾਅ ਹੁਣ ਜ਼ਿਆਦਾ ਡੂੰਘਾ ਹੋ ਗਿਆ। ਉਸ ਚੀਜ਼ ਦੇ ਨਾਲ ਜਿਹੜਾ ਕੋਈ ਪੋਲੀਟੀਕਲ ਥਾਟ ਪ੍ਰੋਸੈਸ ਆ ਜਾਂ ਕੋਈ ਪੋਲੀਟੀਕਲ ਆਈਡੀਓਲੋਜੀ ਆ, ਉਹਦਾ ਤਾਂ ਕੋਈ ਅਰਥ ਹੀ ਨਹੀਂ ਰਹਿ ਗਿਆ। ਨਾ ਹੀ ਅੱਜ ਕੋਈ ਪੰਜਾਬ ਵਿੱਚ ਇੱਦਾਂ ਦਾ ਨਾਮਵਰ ਪੋਲੀਟੀਕਲ ਲੀਡਰ ਆ ਜਿਹਨੂੰ ਆਪਾਂ ਸੋਚ ਸਕੀਏ ਕਿ ਉਹ ਸਟੇਟਸਮੈਨ ਇੰਡੀਆ 'ਚ ਜੇ ਹੋਇਆ ਲਾਸਟ ਤਾਂ ਉਹ ਹੋਇਆ ਸੀਗਾ ਜਵਾਹਰ ਲਾਲ ਨਹਿਰੂ, ਭਾਵੇਂ ਹੋਰ ਕਿੰਨੀਆਂ ਖਾਮੀਆਂ ਹੋਣ। ਉਸ ਤੋਂ ਬਾਅਦ ਕੁਝ ਸਮੇਂ ਲਈ ਆਇਆ ਹੈਗਾ ਵੀਪੀ ਸਿੰਘ। ਵੀਪੀ ਸਿੰਘ ਨੇ 1989 'ਚ ਜਦੋਂ ਪ੍ਰਾਈਮ ਮਿਨਿਸਟਰ ਬਣਿਆ ਜੀ, ਉਹਨੇ ਪਹਿਲਾ ਟੂਰ ਕੀਤਾ ਸੀਗਾ ਅੰਮ੍ਰਿਤਸਰ ਦਰਬਾਰ ਸਾਹਿਬ 'ਚ। ਉੱਥੇ ਆ ਕੇ ਉਹਨੇ ਮੱਥਾ ਟੇਕਿਆ, ਫਿਰ ਉਹਨੇ ਉੱਥੇ ਐਡਰੈਸ ਵੀ ਕੀਤਾ ਲੋਕਾਂ ਨੂੰ। ਇਹ ਉਹ ਦੌਰ ਸੀ ਜਦੋਂ ਪੰਜਾਬ ਕਾਲੇ, ਜਦੋਂ ਬਿਲਕੁਲ ਉਹਨੇ ਉਸ ਦੌਰ ਵਿੱਚ ਆਇਆ ਜਦੋਂ ਪੰਜਾਬ ਬੜੀ ਬੁਰੀ ਤਰ੍ਹਾਂ ਵਿੰਡਿਆ ਹੋਇਆ ਸੀ, ਜ਼ਖਮਾਂ ਨਾਲ ਭੁੰਜਿਆ ਹੋਇਆ ਸੀਗਾ। ਉਹਨੇ ਆ ਕੇ ਵਿਸ਼ਵਾਸ ਦਿਵਾਉਣਾ ਚਾਹਿਆ ਸੀ ਵੀ ਮੈਂ ਇੱਥੇ ਕੁਛ ਨਹੀਂ ਕਰਨਾ ਹੈ, ਮੈਂ ਚਾਹੁੰਦਾ ਵੀ ਕਿਸੇ ਤਰ੍ਹਾਂ ਪੰਜਾਬ ਦੇ ਜ਼ਖਮਾਂ ਤੇ ਕੋਈ ਮਲਮ ਲਾਈ ਜਾ ਸਕੇ। ਉਹਨੇ ਬੜੀ ਭਾਵਕ ਸਪੀਚ ਦਿੱਤੀ ਸੀ। ਇਹ ਬਾਰਬਰਾ ਕ੍ਰੋਸੈਟ ਬਹੁਤ ਨਾਮੀ ਪੱਤਰਕਾਰ ਹੋਈ ਹੈ ਨਿਊਯਾਰਕ ਟਾਈਮਸ ਦੀ, ਉਹਨੇ ਇਸ ਚੀਜ਼ ਨੂੰ ਕੋਟ ਕੀਤਾ ਸੀ। ਫਿਰ ਉਹਨੇ ਓਪਨ ਜੀਪ ਦੇ ਵਿੱਚ ਅੰਮ੍ਰਿਤਸਰ ਦਾ ਗੇੜਾ ਦਿੱਤਾ ਬਾਜ਼ਾਰਾਂ 'ਚ, ਲੋਕਾਂ ਨੂੰ ਵਿਸ਼ਵਾਸ ਦਿਵਾਉਣ ਲਈ ਕਿ ਅਸੀਂ ਪੰਜਾਬ ਨੂੰ ਭੁੱਲੇ ਨਹੀਂ, ਅਸੀਂ ਐ ਨਹੀਂ ਕਿ ਅਸੀਂ ਮਾਰਨਾ ਹੀ ਚਾਹੁੰਦੇ ਹਾਂ ਜਾਂ ਲਤਾੜਨਾ ਚਾਹੁੰਦੇ, ਅਸੀਂ ਮਲਮ ਲਾ ਕੇ ਪੰਜਾਬ ਨੂੰ ਆਪਣੇ ਵੱਲ ਖਿੱਚਣਾ ਚਾਹੁੰਦੇ ਹਾਂ। ਹੁਣ ਜੇ ਕੋਈ ਪ੍ਰਧਾਨ ਮੰਤਰੀ 10-15 ਜਾਂ 20 ਮਿੰਟ ਲਈ ਕਿਸੇ ਫਲਾਈਓਵਰ ਤੇ ਰੁਕ ਵੀ ਜਾਂਦਾ ਤਾਂ ਉਹਨੂੰ ਲੱਗਦਾ ਕਿ ਮੇਰੀ ਜਾਨ ਨੂੰ ਖਤਰਾ। ਇੱਕ ਪਾਸੇ ਬੰਦਾ ਖੁੱਲੀ ਜੀਪ 'ਚ ਜਾ ਰਿਹਾ ਤੇ ਉਦੋਂ ਇੰਨੀ ਸਿਕਿਉਰਿਟੀ ਵੀ ਹੈ ਨਹੀਂ ਸੀ, ਤੇ ਉਸ ਟਾਈਮ ਤੇ ਖਤਰਾ ਵੀ ਵੱਧ ਸੀ। ਜਿਹੜੀ ਪੰਜਾਬ ਵਿੱਚ ਸਿੱਖ ਸਟਰਗਲ ਵੀ ਪੂਰੇ ਜ਼ੋਰਾਂ ਤੇ ਚੱਲ ਰਿਹਾ ਸੀ। ਉਦੋਂ ਮਾਨ ਹੁਣੀ ਇਲੈਕਸ਼ਨਾਂ ਜਿੱਤੇ ਹੋਏ ਸੀ। ਪੰਜਾਬ ਦਾ ਇੱਕ ਜਿਹੜੀ ਸੀਗੀ ਮਾਨਸਿਕਤਾ ਉਹ ਪੂਰੀ ਤਰ੍ਹਾਂ ਬਦਲੀ ਹੋਈ ਸੀ। ਹੁਣ ਤੁਸੀਂ ਦੇਖ ਲਓ, ਚੰਨੀ ਵੀ ਕਹਿੰਦਾ ਵੀ ਮੈਂ ਸਿਕਿਉਰਿਟੀ ਨਹੀਂ ਲੈਣੀ, ਮੈਂ ਸਿਕਿਉਰਿਟੀ ਨਹੀਂ ਲੈਣੀ, ਫਲਾਨਾ ਨਹੀਂ ਕਰਨਾ। ਫਿਰ ਇਹਨੇ ਹਜ਼ਾਰ ਬੰਦੇ ਮਗਰ ਕਿਉਂ ਲਾਏ ਹੋਏ ਸਹੀ। ਜੇ 1-2 ਢਾਬਿਆਂ ਤੇ ਖੜ ਕੇ ਚਾਹ ਪੀ ਵੀ ਲਓਗੇ ਠੀਕ ਹੈ, ਇਹਦੇ ਨਾਲ ਤੁਹਾਨੂੰ ਵਧੀਆ ਲੱਗਦਾ, ਜਿਹੜੇ ਲੋਕਾਂ ਨੂੰ ਮਿਲੇ ਉਹਨਾਂ ਨੂੰ ਵਧੀਆ ਲੱਗਦਾ, ਪਰ ਦੈਟ ਡਜ਼ਨਟ ਪ੍ਰੂਵ ਕਿ ਯੂ ਆਰ ਏ ਸਟੇਟਸਮੈਨ। ਸਾਨੂੰ ਸਟੇਟਸਮੈਨ ਚਾਹੀਦਾ ਜਿਹੜਾ ਆਪਣੀ ਆਈਡੀਓਲੋਜੀ, ਪੋਲੀਟੀਕਲ ਆਈਡੀਓਲੋਜੀ ਤੇ ਪੋਲੀਟੀਕਲ ਥਾਟ ਦੇ ਨਾਲ ਪਰਨੋਇਆ ਹੋਵੇ। ਜਿਵੇਂ ਹੁਣ ਅਰਵਿੰਦ ਕੇਜਰੀਵਾਲ ਤੋਂ ਆਪਾਂ ਗੱਲ ਸ਼ੁਰੂ ਕਰ ਲਈਏ, ਹਾਂਜੀ, ਤਾਂ ਅਰਵਿੰਦ ਕੇਜਰੀਵਾਲ ਹੋ ਰਿਹਾ ਜਿਹੜੇ ਉਹ ਪੰਜਾਬ ਦੇ ਵਿੱਚ ਸੱਤਾ ਸੰਭਾਲਣੀ ਚਾਹੁੰਦੇ ਨੇ ਆਪਦੇ ਰਾਹੀਂ ਜਾਂ ਆਪਦੇ ਜਿਹੜੇ ਵੀ ਏਐਲਚੀ ਨੇ। ਹਾਂਜੀ, ਇਹਦੇ ਤੇ ਨਾ ਡਾਕਟਰ ਧਰਮਵੀਰ ਗਾਂਧੀ ਹੋਰਾਂ ਦੀ ਗੱਲ ਕਾਫੀ ਮੈਨੂੰ ਮਹੱਤਵਪੂਰਨ ਲੱਗਦੀ ਹੈ ਕਿ ਪੰਜਾਬ ਨੇ ਉਦੋਂ ਉਹਨਾਂ ਨੂੰ 4 ਸੀਟਾਂ ਦਿੱਤੀਆਂ ਜਦੋਂ ਕਿਸੇ ਨੇ ਕੋਈ ਹੋਰ ਪੈਰ ਨਹੀਂ ਲਾਏ, ਹੋਰਾਂ ਥਾਵਾਂ ਦੇ ਉੱਤੇ ਉਹਨਾਂ ਨੂੰ ਕਿਸੇ ਨੇ ਬੇਰਾਂ ਵੱਟੇ ਨਹੀਂ ਪੁੱਛਿਆ। ਪਰ ਉਦੋਂ ਬਾਅਦ ਹੁਣ ਪੰਜਾਬ ਦੇ ਵਿੱਚ ਜਦੋਂ ਉਹ ਦਿੱਲੀ 'ਚ ਸੱਤਾ 'ਚ ਆਏ, ਉਦੋਂ ਬਾਅਦ ਪੰਜਾਬ ਦੀ ਇਲੈਕਸ਼ਨ ਦੇ ਵੇਲੇ ਇੱਥੇ ਹਲਕਾ ਇੰਚਾਰਜ ਲਾ ਦਿੱਤੇ ਗਏ। ਉਹ ਦਿੱਲੀ ਤੋਂ ਆਉਂਦੇ ਨੇ, ਉਹ ਇੱਥੋਂ ਦੇ ਲੋਕਾਂ ਨੂੰ ਤੈਅ ਕਰਦੇ ਕਿ ਤੂੰ ਭਾਈ ਕਾਬਲ ਹੈ ਜਾਂ ਨਹੀਂ ਕਾਬਲ। ਇਹਨਾਂ ਗੱਲਾਂ ਦੇ ਉੱਤੇ ਸਵਾਲ ਉੱਠਦੇ ਆ। ਇਹ ਕਾਰਜਸ਼ੈਲੀ ਕਿਵੇਂ ਲੱਗਦੀ ਹੈ? ਡਾਕਟਰ ਧਰਮਵੀਰ ਗਾਂਧੀ ਨੇ ਨਾ, ਉਹ ਇੱਕ ਨਾਮੀ ਸੋਸ਼ਲ ਵਰਕਰ ਆ। ਉਹ ਅੱਜ ਦਾ ਹੀ ਨਹੀਂਗਾ ਸਮਾਜ ਵਿੱਚ, ਉਹ ਉਦੋਂ ਵੀ ਸਮਾਜ ਵਿੱਚ ਸੀ ਜਦੋਂ ਸਿੱਖ ਸਟਰਗਲ ਚੱਲ ਰਿਹਾ ਸੀ। ਸਹੀ। ਤੇ ਉਹ ਮਲਮ ਲਾਉਂਦਾ ਸੀ ਜ਼ਖਮਾਂ ਤੇ, ਤੇ ਅੱਗੇ ਹੋ ਕੇ ਲਾਉਂਦਾ ਸੀ ਬੀਇੰਗ ਏ ਡਾਕਟਰ। ਮੇਰੇ ਬ੍ਰਦਰ ਦਾ ਉਹ ਕਲਾਸ ਫੈਲੋ ਵੀ ਆ। ਉਹਦੀਆਂ ਜੋ ਪਾਲਿਸੀਜ਼ ਨੇ ਜਦੋਂ 80 ਸੀਗੀਆਂ ਉਹ ਹੁਣ ਵੀ ਨੇ, ਉਹਦੇ ਸਟੂਡੈਂਟ ਡੇਜ਼ ਵੇਲੇ ਵੀ ਉਹੀ ਸੀਗੀਆਂ। ਉਦੋਂ ਬੰਦੇ ਜਿੱਤੇ ਨੇ ਤਾਂ ਧਰਮਵੀਰ ਗਾਂਧੀ ਵਰਗੇ ਬੰਦੇ ਜਿੱਤੇ ਨੇ ਜਿਨ੍ਹਾਂ ਤੇ ਲੋਕਾਂ ਨੂੰ ਟਰਸਟ ਸੀਗਾ। ਅੱਜ ਵੀ ਉਹ ਕਲੀਨਿਕ ਆਪਣਾ ਚਲਾਉਂਦਾ, 25 ਰੁਪਏ ਜਿੰਨਾ ਕੁ ਮੈਨੂੰ ਪਤਾ 50 ਜੋ ਵੀ ਫੀਸ ਲੈਂਦਾ ਹੈ ਨਾ। ਜਿਹੜਾ ਹੁਣ ਕੇਜਰੀਵਾਲ ਆ ਰਿਹਾ
ਆਪਾਂ ਨੂੰ ਇਹੀ ਦੱਸਿਆ ਜਾ ਰਿਹਾ ਕਿ ਅਬ ਕੀ ਵਾਰ ਕੇਜਰੀਵਾਲ ਦੀ ਸਰਕਾਰ। ਜੀ ਕੇਜਰੀਵਾਲ ਕੌਣ ਹੈ? ਇੱਕ ਪਾਰਟੀ ਦਾ ਹੈੱਡ ਆ ਨਾ। ਹੁਣ ਇੱਥੇ ਕਾਂਗਰਸ ਵਾਲੇ ਆ ਤਾਂ ਕਹਿ ਨਹੀਂ ਰਹੇ ਕਿ ਅਬ ਕੀ ਵਾਰ ਰਾਹੁਲ ਜਾਂ ਸੋਨੀਆ ਦੀ ਸਰਕਾਰ, ਠੀਕ ਹੈ ਨਾ। ਅਕਾਲੀ ਦਲ ਇਜ਼ ਡਿਫਰੈਂਟ। ਈਵਨ ਬੀਜੇਪੀ ਵਾਲੇ ਵੀ ਨਹੀਂ ਕਹਿ ਰਹੇ ਕਿ ਮੋਦੀ ਦੀ ਸਰਕਾਰ ਹੋਊਗੀ। ਇਹੀ ਇੱਕ ਬੰਦਾ ਜ਼ਿਆਦਾ ਪ੍ਰਚਾਰ ਕਰ ਰਿਹਾ, ਬੋਰਡ ਲਾਏ ਹੋਏ, ਸਭ ਕੁਝ ਕੀਤਾ ਹੋਇਆ। ਇਹ ਪੈਸਾ ਐਡਵਰਟਾਈਜ਼ਮੈਂਟਸ ਦਾ ਇਹਨਾਂ ਨੂੰ ਕਿੱਥੋਂ ਆ ਰਿਹਾ? ਕਿ ਦਿੱਲੀ ਗਵਰਨਮੈਂਟ ਕੱਢ ਰਹੀ ਹੈ ਪੈਸਾ ਜਾਂ ਕਿੱਥੇ ਦਾ? ਮੈਂ ਨਹੀਂ ਇੱਥੇ ਸੋਚਦਾ ਵੀ ਇੱਥੋਂ ਲੋਕੀ ਇਹਨਾਂ ਨੂੰ ਹੁਣ 2014 ਵਾਂਗੂ ਜਾਂ 2017 ਵਾਂਗੂ ਪੈਸੇ ਦੇ ਰਹੇ ਹੋਣਗੇ। NRIs ਵੀ ਬਿਲਕੁਲ ਚੁੱਪ ਨੇ ਇਸ ਵਾਰੀ, ਉਹਨਾਂ ਦਾ ਕੋਈ ਇੰਟਰਸਟ ਕੋਈ ਬਹੁਤਾ ਸਾਹਮਣੇ ਨਹੀਂ ਆਇਆ ਜੀ। ਇਹ ਜਦੋਂ ਇਹ ਕੋਸ਼ਿਸ਼ ਕਰ ਰਹੇ ਹੋਏ ਜਾਂ ਇਹਨਾਂ ਦੇ ਰਾਘਵ ਚੱਡੇ ਵਰਗੇ ਹੋਏ ਹਨਾ, ਕੱਲ ਦੇ ਜਵਾਕ ਆ ਯਾਰ। ਆਪਣਾ ਪੰਜਾਬ ਦਾ ਪੁਰਾਣਾ ਇਤਿਹਾਸ ਆ, ਉਹ ਆਪਾਂ ਨੂੰ ਦੱਸ ਰਿਹਾ ਵੀ ਤੁਸੀਂ ਜਿਉਣਾ ਕਿਵੇਂ ਆ। ਸਹੀ। ਕੀ ਪੰਜਾਬ ਇੰਨਾ ਨਪੁੰਸਕ ਹੋ ਗਿਆ? ਜੇ ਉਹਨਾਂ ਦੇ ਨਾਲ ਭਗਵੰਤ ਮਾਨ ਹੁਣੀ ਜਾਂ ਹੋਰ ਜਾਂਦੇ ਵੀ ਨੇ, ਉਹ ਚੁੱਪ ਕਰਕੇ ਜਿਵੇਂ ਇੱਕ ਨਾ ਬੜਾ ਡਰਿਆ ਹੋਇਆ ਸ਼ਖਸ ਹੁੰਦਾ, ਉਹ ਐਂ ਬੈਠੇ ਹੁੰਦੇ। ਕੋਈ ਸੇ ਨਹੀਂ ਹੈ ਪਾਰਟੀ ਦੀ। ਜੇ ਤੁਸੀਂ ਪੰਜਾਬ ਯੂਨਿਟ ਬਣਾਈ ਆ, ਹੀ ਇਜ਼ ਬੇਸਿਕਲੀ ਅ ਆਟੋਕਰੈਟ ਜਿਹੜਾ ਡੈਮੋਕ੍ਰੈਟਿਕ ਸਿਸਟਮ ਨਾਲ ਚੱਲਣਾ ਹੀ ਨਹੀਂ ਚਾਹੁੰਦਾ। ਉਹਦੀਆਂ ਜਿੰਨੀਆਂ ਪਰੰਪਰਾਵਾਂ ਹੁਣ ਤੱਕ ਸਾਹਮਣੇ ਆਈਆਂ ਨੇ, ਇੱਥੋਂ ਤੱਕ ਵੀ ਉਹਦਾ ਇਹ ਆਇਆ ਹੈਗਾ ਕਿ ਉਹ ਅਜੀਤ ਦੋਵਾਲ ਹੁਣਾਂ ਦਾ ਪ੍ਰੋਟੀਜੀ ਆ, ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ ਮੋਦੀ ਦਾ। ਜੀ ਜੀ। ਉਹਦੀ ਸੰਸਥਾ ਨਾਲ ਇਹ ਜੁੜਿਆ ਰਿਹਾ। ਇਹਦੀਆਂ ਟਾਈਸ RSS ਨਾਲ ਵੀ ਨੇ। ਮਤਲਬ ਕਿ ਇਹਦੀ ਕਿ ਓਪਨ ਆ ਪਰ ਹੈਗੀਆਂ ਨੇ। ਅੰਨਾ ਹਜ਼ਾਰਾ ਦੀ ਮੂਵਮੈਂਟ ਹੀ ਸਪਾਂਸਰਡ ਬਾਈ RSS ਸੀ। ਇਹ ਉਹਦੇ ਚੋਂ ਨਿਕਲਿਆ। ਜਿਹੜੇ ਬੰਦਿਆਂ ਨਾਲ ਇਹ ਨਿਕਲਿਆ, ਸਭ ਨਾਲੋਂ ਪਹਿਲੇ ਉਹੀ ਬੰਦੇ ਨੇ ਨਿਊਟਰਲਾਈਜ਼ ਕੀਤੇ। ਉਹ ਵੀ ਨਾਮੀ ਬੰਦੇ ਨੇ। ਇਹ ਪ੍ਰਸ਼ਾਂਤ ਕਿਸ਼ੋਰ ਹੋਣੀ ਸੀ ਜਾਂ ਹੋਰ ਸੀ, ਕੁਮਾਰ ਵਿਸ਼ਵਾਸ ਸੀ ਜਾਂ ਹੋਰ ਸੀ। ਪਿਛਲੀ ਵਾਰੀ ਵੀ 2017 ਚ ਬਾਹਰਲੇ ਬੰਦੇ ਦਿੱਲੀ ਵਾਲਿਆਂ ਨੇ ਆ ਕੇ ਟਿਕਟਾਂ ਵੰਡੀਆਂ। ਇਸ ਵਾਰੀ ਵੀ ਰਾਘਵ ਚੱਡੇ ਹੁਣੀ ਹੋਈ ਪ੍ਰੈਸ ਕਾਨਫਰੰਸ ਕਰਦੇ ਰਹੇ ਜੀ। ਮੈਂ ਕਹਿੰਦਾ ਕਿੰਨੇ ਸਾਲਾਂ ਦਾ? 30 ਨਹੀਂ 35। ਮੈਂ ਉਮਰ ਦਾ ਤਕਾਜ਼ਾ ਨਹੀਂ ਮੈਂ ਕਰਦਾ ਜੀ, ਪਰ ਮੈਂ ਇੱਕ ਪੋਲੀਟੀਕਲ ਐਕਸਪੀਰੀਅੰਸ ਹੁੰਦਾ। ਪੋਲੀਟੀਕਲ ਐਕਸਪੀਰੀਅੰਸ ਤੁਸੀਂ ਹਾਰਡਸ਼ਿਪਸ ਵੀ ਦੇਖੀਆਂ ਹੁੰਦੀਆਂ ਨੇ ਜੀ, ਤੁਸੀਂ ਸੌਫਟ ਕਾਰਨਰਸ ਵੀ ਦੇਖੇ ਹੁੰਦੇ ਨੇ, ਐਂਡ ਦੈਨ ਯੂ ਡਿਵੈਲਪ ਅ ਕਾਮਨ ਗਰਾਊਂਡ ਕਿ ਵੇਅਰ ਡੂ ਵੀ ਸਟੈਂਡ। ਸਹੀ। ਇਹਨਾਂ ਨੇ ਜੇ ਜਾ ਕੇ ਹੁਣ ਪੰਜਾਬ ਚੋਂ ਮੁੱਦਾ ਕੀ ਉਠਾ ਰਹੇ ਨੇ? ਮਾਈਨਿੰਗ। ਦੂਜਾ ਕਰ ਰਹੇ ਨੇ ਆਹ ਡਰੱਗਸ। ਵੱਡਾ ਮੁੱਦਾ ਹੈ ਦੋ ਮੁੱਦੇ ਨੇ। ਦੇ ਆਰ ਨਾਟ ਕੰਸਰਨਡ ਅਬਾਊਟ ਸਤਲੁਜ ਜਮਨਾ ਲਿੰਕ ਨਾਲ। ਦੇ ਆਰ ਨਾਟ ਕੰਸਰਨਡ ਅਬਾਊਟ ਦਾ ਭਾਖੜਾ ਮੈਨੇਜਮੈਂਟ ਕੰਟਰੋਲ BBMB। ਹਾਂ, they have nothing to do with the issue of Chandigarh. They have no issue to ask for a separate high court. ਜਿਹੜੀ ਕਿ ਆਪਾਂ 70 ਆਪਣੇ 60 ਸਾਲਾਂ ਕਿੰਨਿਆਂ ਤੋਂ ਦੇਖ ਰਹੇ ਹਾਂ, 1966 ਦੀ ਆਪਾਂ ਦੇਖ ਰਹੇ ਹਾਂ ਨਾ। ਸਹੀ। ਇਹ ਇਸ਼ੂ ਇਹਨਾਂ ਲਈ ਕੋਈ ਮੈਟਰ ਨਹੀਂ ਕਰਦੇ। ਇਹਨਾਂ ਦੀ ਕੰਸੈਂਟਰੇਸ਼ਨ ਹੈਗੀ ਆ ਬੇਸਿਕਲੀ, ਇਹਨਾਂ ਨੇ ਆਪਣੇ ਪੈਰਾਫਰਨੇਲੀਅਸ ਬਣਾਏ ਹੋਏ ਨੇ। ਉਹਨਾਂ ਦੇ ਰਾਹੀਂ ਦੇ ਆਰ ਮੋਰ ਇਨਟੂ ਦਾ ਅਰਬਨ ਵੋਟ ਕਲਚਰ। ਇਹ ਵੀ ਡੇਰਿਆਂ ਤੇ ਵੀ ਜਾਂਦੇ ਨੇ। ਇਹ they want to bring religion into the politics when state has a no role to do anything with the religion। ਸਹੀ ਗੱਲ। ਜੇ ਇਹ ਕਹਿੰਦੇ ਵੀ ਅਸੀਂ ਪੜ੍ਹੇ ਲਿਖੇ IRS ਰਹੇ ਹਾਂ, ਫਲਾਣੇ ਰਹੇ ਹੋਣਗੇ, ਆਪਾਂ ਜੇ ਕੋਈ ਡਾਕਟਰ ਆ ਤਾਂ that doesn't mean ਕਿ he is the ਮਤਲਬ ਕਿ most suitable person for everything। ਸਹੀ। ਉਹ ਆਪਣੇ ਕਲਾ 'ਚ ਹੋਊਗਾ ਨਾ। ਜਿਹੜਾ ਦਿੱਲੀ ਮਾਡਲ ਇਹ ਪ੍ਰੋਜੈਕਟ ਕਰ ਰਹੇ ਨੇ, ਉਹ ਤਾਂ ਪੰਜਾਬ ਨਾਲ ਕੋਈ ਬੇਲ ਹੀ ਨਹੀਂ ਹੈ। ਜੇ ਤੁਸੀਂ ਚੰਗੇ ਸਕੂਲ ਬਣਾ ਲਏ, ਹੈਲਥ ਫੈਸਿਲਿਟੀਜ਼ ਬਣਾ ਲਏ, ਇਟਸ ਗੁੱਡ ਫॉर ਦਿੱਲੀ। ਪੰਜਾਬ ਉਦੋਂ ਕਈ ਗੁਣਾ ਵੱਡਾ। ਉਹ ਇੱਕ ਸ਼ਹਿਰ ਆ, ਇਹ ਇੱਕ ਸਟੇਟ ਆ। ਜਿਹੜੀ ਸਟੇਟ ਹੈਜ਼ ਬੀਨ ਨੈਗਲੈਕਟਡ ਫॉर द ਲਾਸਟ 60+ years। ਸਹੀ। ਉਹਨੂੰ ਉਠਾਉਣਾ ਕਿਵੇਂ ਆ? ਉਹਦੀ ਫਾਰਮਿੰਗ, ਜਿਵੇਂ ਉਹਨੂੰ ਕਹਿੰਦੇ ਵੀ ਕਿਸਾਨ ਬੜੀ ਵੱਡੀ ਜਿੱਤ ਕਰਕੇ ਆ ਗਏ ਦਿੱਲੀ ਤੋਂ। ਹਾਂ, ਬਹੁਤ ਵੱਡੀ ਜਿੱਤ ਕਰ ਲਈ ਵੀ 3 ਕਾਨੂੰਨ ਲੱਗਣ ਨਹੀਂ ਦਿੱਤੇ। ਪਰ ਕੀ ਜਿਹੜੀ ਕਿਸਾਨੀ ਹੁਣ ਪੰਜਾਬ 'ਚ ਹੈਗੀ ਆ ਜੀ, ਜਿਹੜੀ ਇੰਨੇ ਸਾਲਾਂ ਤੋਂ
ਕਿਸਾਨਾਂ ਨੂੰ ਖਾ ਰਹੀ ਆ, ਖੁਦਕੁਸ਼ੀਆਂ ਹੋ ਬਿਲਕੁਲ। ਰਹੀਆਂ ਨੇ, ਹੂੰ ਹੂੰ ਉਹ ਕਿਸਾਨੀ ਉਹਦੇ ਬਾਰੇ ਕੀ ਕੀਤਾ? ਉਹਦੇ ਬਾਰੇ ਤਾਂ ਕੁਝ ਨਹੀਂ ਹੋਇਆ ਨਾ, ਸਹੀ। ਨਾ ਕੋਈ ਨਵਾਂ ਉਹਦੇ ਲਈ ਲੈ ਕੇ ਆ ਸਕਿਆ ਇਹ। ਹੂੰ ਹੂੰ ਇਸ ਗੱਲ ਨਾਲ ਇਹ ਜ਼ਰੂਰ ਆ ਵੀ ਅੱਜ ਤੋਂ ਬਾਅਦ ਲੰਮੇ ਅਰਸੇ ਤੱਕ ਕੋਈ ਸਰਕਾਰ ਖੇਤੀ ਖਿੱਤੇ ਦੇ ਵਿੱਚ ਆਪਣੀ ਇੰਟਰਫੇਰੈਂਸ ਨਹੀਂ ਕਰੂਗੀ ਵੀ ਅਸੀਂ ਕੀ ਲੈਣਾ, ਡੁੱਬਦੇ ਡੁੱਬ ਜਾਣ। ਆਪਾਂ 67% ਪਲੱਸ ਪੀਪਲ ਹਜੇ ਵੀ ਡਿਪੈਂਡੈਂਟ ਆ ਰੂਰਲ ਸੈਕਟਰ। ਬਿਨਾਂ ਸ਼ੱਕ। ਇਹਨਾਂ ਚੀਜ਼ਾਂ ਬਾਰੇ ਕੇਜਰੀਵਾਲ ਕਹਿੰਦਾ ਮੈਂ ਇਨਕਮ ਵਧਾ ਦੂੰਗਾ ਜਾਂ ਕਰ ਦੂੰਗਾ। ਅਜੇ ਤੱਕ ਤਾਂ ਸਵਾਮੀਨਾਥਨ ਕਮਿਸ਼ਨ ਤਾਂ ਵਧਾ ਨਹੀਂ ਸਕਿਆ, ਹੂੰ ਹੂੰ ਨਾ ਮੋਦੀ ਵਧਾ ਸਕਿਆ। ਸਟੇਟ ਕੋਲੇ ਕੋਈ ਫੰਡ ਹੈ ਨਹੀਂ। ਇਹਨੂੰ ਸਟੇਟ ਨੂੰ ਜਿਹੜੀ ਡੈਪਟ ਰਿਟਨ ਸਟੇਟ ਆ ਜੀ, ਉਹ ਕਰਜ਼ੇ ਲੈ ਕੇ ਕਰਜ਼ੇ ਮੋੜ ਰਹੀ ਆ। ਹੂੰ ਹੂੰ ਉਹਦੇ ਲਈ ਆਪਾਂ ਕੀ ਕਰਾਂਗੇ? ਉਹਦਾ ਕੀ ਰੋਡ ਮੈਪ ਆ? ਇੱਥੇ ਸਿਰਫ ਇਹ ਹੋ ਗਿਆ ਕਿ ਮੈਂ ਜਨਾਨੀਆਂ ਨੂੰ 1000 ਰੁਪਇਆ ਵੰਡ ਦੂੰਗਾ, ਕੋਈ ਕਹਿੰਦਾ 2000 ਵੰਡ ਦੂੰਗਾ, ਕੋਈ ਕਹਿੰਦਾ ਮੈਨੂੰ ਇੰਨਾ ਆਟਾ ਦੇ ਦੂੰਗਾ, ਕੋਈ ਕਹਿੰਦਾ ਦਾਲ ਦੇ ਦੂੰਗਾ। ਇਹਨਾਂ ਨੇ ਇੱਕ ਤਰ੍ਹਾਂ ਨਾਲ ਇਹ ਸ਼ੋਅ ਕਰਤਾ ਕਿ ਪੰਜਾਬ ਦਾ ਜਿਹੜਾ ਕਲਚਰ ਆ ਇਹ ਇੱਕ ਤਰ੍ਹਾਂ ਨਾਲ ਮੰਗਤਿਆਂ ਦਾ ਕਲਚਰ ਆ। ਇਹਨਾਂ ਨੂੰ ਇਹਨਾਂ ਚੀਜ਼ਾਂ 'ਚ ਹੀ ਉਲਝਾ ਕੇ ਰੱਖੋ ਤਾਂ ਕਿ ਇਹ ਆਪਣੀ ਕਾਬਲੀਅਤ ਮੁਤਾਬਕ ਕਦੀ ਆਪਣੀ ਰੋਜੀ ਰੋਟੀ ਕਮਾਈ ਨਾ ਸਕਣ। ਗਿੱਲ ਸਾਹਿਬ, ਇੱਕ ਹੋਰ ਸਵਾਲ ਨਾਲ ਚੱਲ ਪੈਂਦਾ ਵੀ ਜਿਵੇਂ ਹੁਣ ਅਕਾਲੀ ਦਲ ਆ, ਉਹਦਾ 10 ਸਾਲ ਰਾਜ ਦੇਖ ਲਿਆ, ਬੜਾ ਕੁਛ ਹੋਇਆ, ਮਾੜਾ ਜਿਹੜਾ ਹੋਇਆ, ਚੰਗਾ ਵੀ ਹੋਇਆ ਹੋਊਗਾ। ਕਾਂਗਰਸ ਦੀ ਸਰਕਾਰ ਦੇ ਵਿੱਚ ਕੁਛ ਇਹੋ ਜਿਹਾ ਨਹੀਂ ਜਿਹੜੀਆਂ ਉਹਨੂੰ ਪ੍ਰਾਪਤੀਆਂ ਕਹਿ ਕੇ ਵਿਚਾਰੀਆਂ ਜਾਣ। 4.5 ਸਾਲ ਦਾ ਸਾਇਲੈਂਟ ਰਹੇ ਸੀਐਮ। ਹੁਣ ਚੰਨੀ ਹੋ ਰਿਹਾ, ਜਿਹੜੀਆਂ ਉਹਨਾਂ ਦਾ ਆਪਾਂ ਜ਼ਿਕਰ ਕਰ ਚੁੱਕੇ ਹਾਂ, ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਹੈ, ਉਹ ਕੀ ਕੁਛ ਕਰ ਰਹੇ ਨੇ? ਗੱਲਾਂ ਬਾਤਾਂ ਜ਼ਿਆਦਾ ਨੇ, ਆਊਟਪੁੱਟ ਘੱਟ ਹੈ। ਹਾਂਜੀ, ਕੇਜਰੀਵਾਲ ਦਾ ਜ਼ਿਕਰ ਅਸੀਂ ਕਰ ਲਿਆ। ਜਿਹੜੇ ਪੰਜਾਬ ਦੇ ਇੰਟੈਲੈਕਚੁਅਲ ਲੋਕ ਨੇ, ਗਿਣਤੀ ਦੇ ਨੇ, ਉਹ ਸੋਚਦੇ ਆ ਕਿ ਆਹ ਤਿੰਨੇ ਪਾਰਟੀਆਂ ਤੋਂ ਪੰਜਾਬ ਦਾ ਭਲਾ ਨਹੀਂ ਹੋਣਾ। ਅਸੀਂ ਚੌਥੀ ਧਿਰ ਦੀ ਆਸ ਰੱਖਦੇ ਸੀ, ਪਹਿਲਾਂ ਤਾਂ ਤੀਜੀ ਦੀ ਰੱਖਦੇ ਸੀ, ਹੁਣ ਤਾਂ ਫਿਰ ਉਹ ਤੀਜੇ ਵਾਲਿਆਂ ਦੇ ਵੀ ਚਿਹਰੇ ਮੂਹਰੇ ਕਾਫੀ ਕੁਝ ਸਾਹਮਣੇ ਆ ਰਿਹਾ ਹੈ। ਹੁਣ ਫਿਰ ਉਹ ਜਾਵੇ ਤਾਂ ਜਾਵੇ ਕਿੱਧਰ? ਉਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਨਹੀਂ, ਫਿਰ ਸਾਡੇ ਕੋਲੇ ਪੋਲੀਟੀਕਲ ਵੈਕਿਊਮ ਆ ਪੰਜਾਬ 'ਚ। ਇਹ ਪੂਰਾ ਕਿਵੇਂ ਹੋਊਗਾ? ਇਹ ਖਲਾ ਭਰਿਆ ਕਿਵੇਂ ਜਾ? ਖਲਾ ਤਾਂ ਨਹੀਂ ਪੂਰਾ ਹੋ ਰਿਹਾ। ਮੇਰੇ ਕੋਲੇ ਬੱਬੂ ਮਾਨ ਵੀ ਆਇਆ ਸੀਗਾ ਥੋੜੇ ਦਿਨ ਪਹਿਲੇ ਇਸੇ ਗੱਲ ਬਾਰੇ। ਖਲਾ ਤਾਂ ਨਹੀਂ ਪੂਰਾ ਹੋ ਰਿਹਾ ਕਿ ਜਿਹੜੀ ਪੋਲੀਟੀਕਲ ਸਪੇਸ ਆ ਉਹ ਬੜੀ ਬੁਰੀ ਤਰ੍ਹਾਂ ਜਿਹੜੀਆਂ ਇੰਨੇ ਚਿਰ ਤੋਂ ਵਿਚਰ ਰਹੀਆਂ ਪਾਰਟੀਆਂ, ਉਹਨਾਂ ਨੇ ਉਹਨਾਂ ਨੂੰ ਬੈਰੀਕੇਡ ਕੀਤਾ ਹੋਇਆ। ਉਹ ਕਿਸੇ ਵੀ ਪਾਰਟੀ ਜਿਹੜੀ ਪੰਜਾਬ 'ਚ ਅੱਜ ਵਿਚਰ ਰਹੀ ਆ, ਇਹਦੇ ਕੋਲੇ ਕੋਈ ਪਾਲਿਸੀ ਥਿੰਕ ਟੈਂਕ ਨਹੀਂ ਹੈ, ਨਾ ਇੱਦਾਂ ਦੀ ਚੀਜ਼ ਬਾਰੇ ਕਦੀ ਸੋਚਦੇ ਆ ਕਿ ਜਿਹੜੇ ਬੰਦਿਆਂ ਨੇ ਸਿਰਫ ਸਾਨੂੰ ਗਾਈਡ ਕਰਨਾ। ਤੁਸੀਂ ਅਮਰੀਕਾ ਜੀ, ਮੈਂ ਦੇਖੀ ਆ ਪੋਲਿਟਿਕਸ, ਵੈਸਟਰਨ ਵਰਲਡ ਦੀ ਮੈਂ ਪੜ੍ਹਦਾ ਰਹਿੰਦਾ। ਹਰ ਇੱਕ ਪਾਰਟੀ ਦਾ ਇੱਕ ਥਿੰਕ ਟੈਂਕ ਆ ਜਿਹਦੇ 'ਚ ਇੰਟੈਲੈਕਚੁਅਲ ਕਲਾਸ ਥਿੰਕਰਸ ਆਉਂਦੇ ਨੇ। ਉਹ ਪਾਰਟੀ ਨੂੰ ਜਿਹੜੇ ਲੀਡਰਸ ਨੇ ਉਹ ਉਹਨਾਂ ਨਾਲ ਬੈਠਕਾਂ ਕਰਦੇ ਨੇ, ਗੱਲਬਾਤ ਕਰਦੇ ਨੇ, ਉਹਨਾਂ ਤੋਂ ਵਿਊ ਪੁਆਇੰਟਸ ਲੈਂਦੇ ਨੇ। ਫਿਰ ਉਹ ਸੋਚਦੇ ਕਿ ਇਹ ਜਿਹੜੇ ਵਿਊ ਪੁਆਇੰਟਸ ਅਸੀਂ ਲਏ ਨੇ ਇਹ ਅਸੀਂ ਅੱਗੇ ਇੰਪਲੀਮੈਂਟ ਕਿਵੇਂ ਕਰਨੇ। ਆਪਣੇ ਜਿਹੜਾ 31% ਜਾਂ 30% ਵਾਲੀ ਸਰਕਾਰ ਤਾਂ ਰਾਜ ਲੈ ਲੈਂਦੀ ਜੀ, ਜਦ ਕਿ 70% ਬੰਦਾ ਤਾਂ ਬਾਹਰ ਹੀ ਰਹਿ ਗਿਆ। ਸਹੀ ਹੈ। ਫਿਰ ਕੋਈ ਮਤਲਬ ਕਿ ਫਸਟ ਪਾਸਟ ਦੀ ਜਿਹੜਾ ਪੋਸਟ ਸਿਸਟਮ ਆ, ਇਹ ਸਾਨੂੰ ਕੋਈ ਰੀਅਲ ਡੈਮੋਕ੍ਰੇਸੀ ਨਹੀਂ ਦੇ ਰਿਹਾ। ਵੈਸੀ ਜਿਹੜੀ ਡੈਮੋਕ੍ਰੇਸੀ ਹੈਗੀ ਆ ਉਹਨੂੰ ਵੀ ਸੋਚਣ ਲੱਗ ਗਏ ਹੁਣ ਦੁਨੀਆ। ਹੁਣੇ ਬਾਈਡਨ ਨੇ, ਪ੍ਰੈਜ਼ੀਡੈਂਟ ਬਾਈਡਨ ਅਮਰੀਕਾ ਦੇ ਨੇ ਇੱਕ ਸਮਿਟ ਕਰਾਈ ਆ, ਜਨਵਰੀ 'ਚ ਕਰਾਈ ਆ। ਓਕੇ, ਹਾਊ ਟੂ ਰਿਜੂਵੀਨੇਟ ਕਿ ਡੈਮੋਕ੍ਰੇਸੀ ਨੂੰ ਕਿਵੇਂ ਉੱਤੇ ਚੱਕਣਾ। ਵੀ ਉਹਨਾਂ ਨੂੰ ਲੱਗਣ ਲੱਗ ਗਿਆ ਕਿ ਇਹ ਵੀ ਇੱਕ ਸਥਾਈ ਹੱਲ ਨਹੀਂ ਹੈਗਾ। ਸਹੀ ਹੈ। ਉਹ ਚੀਜ਼ਾਂ ਤਾਂ ਉਹ ਦੁਨੀਆ ਭਰ 'ਚ ਸੋਚ ਰਹੇ ਨੇ। ਆਪਾਂ ਤੁਸੀਂ ਆਪਣਾ ਸਿਸਟਮ ਲੈ ਲਓ, ਜਿੱਥੇ ਕੋਈ ਵਿਚਾਰਧਾਰਾ ਦਾ ਕੋਈ ਮੁੱਲ ਹੀ ਹੈ ਨਹੀਂਗਾ। ਜੇ ਮੁੱਲ ਹੈ ਨਹੀਂਗਾ ਤਾਂ ਇੰਟੈਲੈਕਚੁਅਲ ਕਲਾਸ ਵਿੱਚ ਆਊਗੀ ਕਿਵੇਂ? ਇਹ ਵੀ ਸਹੀ ਹੈ। ਇੱਥੇ ਤਾਂ ਮੁੱਲ ਸਿਰਫ ਅੱਛਾ, ਜਿਹੜੇ ਕਹਿੰਦੇ ਕਹਾਉਂਦੇ ਇੰਟੈਲੈਕਚੁਅਲ ਆਉਂਦੇ ਆ, ਉਹਨਾਂ ਦਾ ਸਵਾਰਥ ਹੈ ਸਿਰਫ ਤੇ ਸਿਰਫ ਸੀਟ ਵੀ ਹੁੰਦੇ ਆ ਨਾ। ਇਹ ਸਾਰਿਆਂ ਨੇ ਤਾਂ ਇਲੈਕਟ ਹੋਣਾ ਨਹੀਂ, ਸਾਰਿਆਂ ਨੇ ਇਲੈਕਸ਼ਨਾਂ ਲੜਨੀਆਂ ਨਹੀਂ, ਪਰ ਹੈ ਤਾਂ ਪੰਜਾਬ ਦੇ ਲੋਕੀ ਆ ਨਾ। ਫਿਕਰ ਤਾਂ ਹੈਗਾ ਹੀ ਆ ਨਾ। ਤੇ ਜੇ ਫਿਕਰ ਹੈਗਾ, ਉਹਨਾਂ ਦੇ ਫਿਕਰ ਬਾਰੇ ਕੋਈ ਪੁੱਛੂਗਾ ਵੀ ਨਾ। ਇਹ ਪੁੱਛਦੇ ਕਿਹਨੂੰ ਆ? ਇਹ ਮਹੱਲਿਆਂ 'ਚ ਜਾਂਦੇ ਆ, ਫਲਾਣੇ ਥਾਂ 'ਤੇ ਜਾਂਦੇ ਆ ਜਿੱਥੇ ਬਿਲਕੁਲ ਕੋਈ ਆਵਾਜ਼ ਹੈ ਨਹੀਂ ਗੀ। ਉਸ ਆਵਾਜ਼ 'ਚੋਂ ਇਹ ਆਪਣੀ ਆਵਾਜ਼ ਪਾ ਕੇ ਉਹੀ ਆਵਾਜ਼ ਵਾਪਸ ਆਉਂਦੇ ਆ। ਵੈਸੇ ਆਹ ਕਰਤਾ
ਹੁਣ ਜਿੰਨੀ ਵੀ ਪਾਰਟੀਆਂ ਲੜ ਰਹੀਆਂ ਨੇ ਸਾਰੀਆਂ ਦਾ ਜ਼ੋਰ ਸਿਰਫ ਤੇ ਸਿਰਫ ਮੁਫਤ ਕੀ ਦੇ ਸਕਦੇ। ਕੱਲ ਹੀ ਮੇਰੇ ਖਿਆਲ ਟਰਾਈਸਾਈਕਲ ਫੜੇ ਗਏ ਆ ਬੁਲਾਰੀਏ ਦੇ ਨਾ ਚਰਚਾ ਅੰਮ੍ਰਿਤਸਰ ਚ ਨਾ, ਸਿਰਫ ਆਹ ਹੈਗਾ ਵੀ ਅਸੀਂ ਕੁੜੀਆਂ ਨੂੰ, ਈਵਨ ਸਿੱਧੂ ਇੰਨਾ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਬਹੁਤ ਐਥੀਕਲ ਬੰਦਾ ਹੈਗਾ, ਉਹ ਵੀ ਕੀ ਕਹਿ ਰਿਹਾ ਵੀ 8 ਸਿਲੰਡਰ ਮੁਫਤ ਦੇ ਦੇਣੇ ਆ, ਇੰਨੇ ਪੈਸੇ ਦੇ ਦਾਂਗੇ, ਫਿਰ ਸਕੂਟੀ ਲੈ ਦਾਂਗੇ। ਆਪਾਂ ਨੂੰ ਇਹ ਨਹੀਂ ਚੀਜ਼ਾਂ ਚਾਹੀਦੀਆਂ। ਆਪਾਂ ਨੂੰ ਚਾਹੀਦਾ ਕਿ ਸਾਡਾ ਸਿਸਟਮ ਹੀ ਇੰਨਾ ਅਪਲਿਫਟ ਹੋਵੇ ਕਿ ਅਸੀਂ ਆਪਣੀਆਂ ਜ਼ਰੂਰਤਾਂ ਆਪ ਪੈਦਾ ਕਰ ਸਕੀਏ। ਗਿੱਲ ਸਾਹਿਬ, ਉਹਦੇ ਵਾਸਤੇ ਕੀ ਹੋ ਸਕਦਾ ਕਿ ਅਸੀਂ ਜਿਹੜਾ ਸਿਸਟਮ ਹੈ ਉਹਨੂੰ ਪੈਰਾਂ ਸਿਰ ਕਰ ਲਈਏ, ਸਾਨੂੰ ਇਹ ਜਿਹੜੀਆਂ ਸਬਸਿਡੀਆਂ ਉਹਨਾਂ ਦੇ ਵੱਲ ਨਾ ਝਾਕਣਾ ਪਵੇ? ਕੀ ਕੁਛ ਹੈ ਜਿਹੜਾ ਉਹ ਸਿਆਸਤ ਦੇ ਵਿੱਚ ਏਜੰਡੇ ਦੇ ਰੂਪ ਚ ਆਉਣਾ ਚਾਹੀਦਾ? ਜੇ ਤਾਂ ਐਜੂਕੇਸ਼ਨ, ਯਾਰ ਮੈਂ ਵੀ ਸਰਕਾਰੀ ਸਕੂਲ 'ਚ ਪੜ੍ਹਿਆ। ਕਿਸੇ ਟਾਈਮ ਤੇ ਪੰਜਾਬ ਦੇ ਸਾਰੇ, ਜਦੋਂ ਡਾਕਟਰ ਜੌਹਲ ਜਾਂ ਪਾਪਾ ਜੀ ਹੁਣੀ ਵਾਈਸ ਚਾਂਸਲਰ ਸੀਗੇ, 4 ਵਾਈਸ ਚਾਂਸਲਰ ਸੀਗੇ ਮੇਨ ਯੂਨੀਵਰਸਿਟੀਜ਼ ਦੇ, ਉਹ ਸਾਰੇ ਹੀ ਥੱਪੜਾਂ ਵਾਲੇ ਸਕੂਲ 'ਚੋਂ ਪੜ੍ਹ ਕੇ ਆਏ ਹੋਏ ਸੀ। ਹੁਣ ਨਹੀਂ ਕੋਈ ਵੀ ਹੈਗਾ, ਨਾ ਨੀਅਰ ਫਿਊਚਰ 'ਚ ਆਪਾਂ ਸੋਚ ਸਕਦੇ ਹਾਂ। ਆਪਾਂ ਜਿਹੜੇ ਸਰਕਾਰੀ ਐਜੂਕੇਸ਼ਨ ਤੇ ਲੈ ਲਈਏ, ਜਿਹੜੇ ਸਰਕਾਰੀ ਸਕੂਲ 'ਚ ਸਾਰਿਆਂ ਨਾਲੋਂ ਜ਼ਿਆਦਾ ਪੇਸ ਸਰਕਾਰੀ ਸਕੂਲ ਦੇ ਟੀਚਰਸ ਨੂੰ ਮਿਲਦੇ ਆ। ਸਹੀ, ਠੀਕ ਆ ਵੀ ਉੱਥੇ ਹੁਣ ਬੱਚੇ ਜਿਹੜੇ ਆ ਮਿਡਲ ਕਲਾਸ ਦੇ ਨਹੀਂ ਜਾਂਦੇ, ਗਰੀਬ ਤਬਕੇ ਦੇ ਬੱਚੇ ਜਾਂਦੇ ਆ, ਨਹੀਂ ਲੇਬਰ ਕਲਾਸ ਦੇ ਬੇਸਿਕਲੀ। ਪਰ ਦੈਟ ਡਜ਼ਨਟ ਮੀਨ ਕਿ ਉਹ ਬੱਚੇ ਵਿਚਾਰੇ ਜਿਹੜੇ ਹੈਗੇ ਆ ਉਹਨਾਂ ਬਾਰੇ ਅਸੀਂ ਕੋਈ ਤਵੱਜੋ ਦੇਣੀ ਨਹੀਂ। ਉਹਨਾਂ ਦੇ ਬਹੁਤੇ ਬੱਚਿਆਂ ਦਾ ਇਹ ਹੁੰਦਾ ਕਿ ਮੈਂ 2-4 ਕਲਾਸਾਂ ਕਰ ਲਾਂ, ਫਿਰ ਮੈਂ ਆਪਣਾ ਝਾੜੂ ਪੋਚਾ ਹੀ ਮਾਰਨਾ। ਉਹਨਾਂ 'ਚ ਹੁਣ ਅਸੀਂ ਵੀ ਇਸ ਸਕੂਲ 'ਚ ਪੜ੍ਹੇ ਹਾਂ, ਮੈਂ ਵੀ ਇੱਥੇ ਯੂਨੀਵਰਸਿਟੀ 'ਚ ਪੜ੍ਹਿਆ। ਸਾਨੂੰ ਸਾਡੇ ਟੀਚਰ ਕੋਈ ਉਹਨਾਂ ਨੇ ਕਹਾਣੀਆਂ ਸੁਣਾਉਣੀਆਂ, ਕੋਈ ਸਾਨੂੰ ਇਤਿਹਾਸ ਬਾਰੇ ਦੱਸਣਾ, ਜੇ ਲੋੜ ਪੈਣੀ ਤਾਂ ਉਹਨਾਂ ਨੇ ਆਪਣੇ ਘਰੇ ਸੱਦ ਕੇ ਸਾਨੂੰ ਹੋਰ ਪੜ੍ਹਾਉਣਾ ਪੇਪਰਾਂ ਤੋਂ ਪਹਿਲੇ। ਇਹ ਤਾਂ ਪਹਿਲੇ ਕਲਾਸ ਤਾਂ ਲੈਣੀ ਚਾਹੀਦੀ ਟੀਚਰਾਂ ਦੀ, ਇਹਨਾਂ ਤੇ ਸਟ੍ਰਿਕਟਨੈਸ ਹੋਣੀ ਚਾਹੀਦੀ ਆ ਵੀ ਇਹ ਕੀ ਕਰ ਰਹੇ ਨੇ। ਜੇ ਆਪਣੀ ਚੰਗੀ ਪਨੀਰੀ ਥੱਲੇ ਉੱਠੂਗੀ ਤਾਂ ਹੀ ਉਹ ਕੁਐਸਚਨ ਕਰ ਸਕਣਗੇ ਨਾ ਕਿ ਵੇਅਰ ਡੂ ਵੀ ਸਟੈਂਡ। ਹੁਣ ਤਾਂ ਆਪਾਂ ਇਸ ਤਰ੍ਹਾਂ ਦੀ ਪੜ੍ਹਾਈ ਦੇ ਰਹੇ ਹਾਂ ਸਕੂਲਾਂ ਕਾਲਜਾਂ ਦੇ ਵਿੱਚ ਕਿ ਬੱਚੇ ਜਿਹੜੇ ਆ ਅਦਰ ਦੈਨ ਆਈਲੈਟਸ, ਉਹਨਾਂ ਦੇ ਦਿਮਾਗ 'ਚ ਕੋਈ ਗੱਲ ਹੀ ਨਹੀਂ ਹੈ। ਉਹਨਾਂ ਨੂੰ ਇਹ ਕੁਐਸਚਨ ਕਦੀ ਆਉਂਦਾ ਹੀ ਨਹੀਂ। ਹੁਣ ਤਾਂ ਈਵਨ ਪੋਲੀਟੀਕਲ ਪਾਰਟੀ ਸੀਐਮ ਚੰਨੀ ਕਹਿਣ ਲੱਗਾ ਕਿ ਮੈਂ ਮੁਫਤ ਆਈਲੈਟਸ ਕਰਾਉਂਗਾ, ਸਾਰੇ ਕਹਿਣ ਲੱਗ ਗਏ ਜੀ। ਹੁਣ ਕੋਈ ਪਿੱਛੇ ਨਹੀਂ। ਇਹ ਸੋਚ ਰਹੇ ਕਿ ਜਿਹੜਾ ਬ੍ਰੇਨ ਡਰੇਨ ਹੋਣਾ, ਚੰਗੇ ਬੱਚੇ ਆਈਲੈਟਸ ਕਰਕੇ ਜਾਣਗੇ ਨਾ, ਪਿੱਛੇ ਕੀ ਆ ਵੇਅਰ ਡੂ ਵੀ ਸਟੈਂਡ। ਜਿਹੜੇ ਓਲਡ ਪੀਪਲ ਰਹਿ ਜਾਣੇ ਆ ਉਹਨਾਂ ਨੂੰ ਸੰਭੂਗਾ ਕੌਣ? ਕਿਤੇ ਇਹੀ ਤਾਂ ਨਹੀਂ ਇਹਨਾਂ ਜਿਹੜੀਆਂ ਸਾਰੀਆਂ ਰਾਜਸੀ ਪਾਰਟੀਆਂ ਦਾ ਮਨਸਾ ਕਿ ਜੀ ਇੱਥੋਂ ਜਿਹੜੇ ਇੰਟੈਲੈਕਚੁਅਲ ਹੈ ਜਾਂ ਪੜ੍ਹੇ ਲਿਖੇ ਜਵਾਕ ਹੈ ਉਹ ਬਾਹਰ ਭੇਜ ਦਿਓ, ਅਨਪੜ੍ਹ ਤੇ ਅਨਪੜ੍ਹ ਹੈ ਜਿਹੜੇ ਉਹ ਸਾਡੇ ਮਗਰ ਲਾਈ ਲੱਗ ਕੇ ਰਾਜ ਵੀ ਫਿਰ ਐ ਰਾਜ ਚੱਲਣਾ ਵੀ ਇਹ ਕਲੂਜਨ ਆ, ਐ ਨਹੀਂ ਰਾਜ ਚੱਲਦੇ ਹੁੰਦੇ। ਪਰ ਅਗਲੇ ਤਾਂ ਮੈਨੂੰ ਲੱਗਦਾ ਉਹੀ ਨਾ 5 ਸਾਲ ਚਲਾਉਣ ਤੱਕ ਹੀ ਸੋਚ ਰਿਹਾ ਵੀ ਗਾਂ ਦੇਖੀ ਜਾਊ, ਕਿਉਂਕਿ ਜਿਵੇਂ ਸਾਡੇ ਕੋਲੇ ਖਜ਼ਾਨੇ 'ਚ ਕੁਝ ਹੈ ਨਹੀਂ ਤੇ ਰਾਤਾਂ ਤੇ ਖਰਾਤਾਂ ਬਣਾ ਕੇ ਅਸੀਂ ਇਹਨਾਂ ਕੁਝ ਵੰਡ ਲੈਣਗੇ ਯਾਰ, ਉਹੀ ਹੈ ਨਾ। ਪਰ ਅਗਲੇ ਨੂੰ ਉਹੀ ਲੱਗਦਾ ਕਿ ਆ ਸਾਡੀ ਟਰਮ ਪੂਰੀ ਕਰ ਲਈ, ਬਾਅਦ ਦੇਖੀ ਜਾਊ। ਇਹੀ ਬਦਕਿਸਮਤੀ ਜਾਂਦੇ ਆ ਬੰਦੇ। ਹੁਣ ਬੱਬੂ ਮਾਨ ਹੁਣਾਂ ਨੇ ਉਹ ਜਾਗਦਾ ਕਿ ਜਿਉਂਦਾ ਪੰਜਾਬ ਬਣਾਈ ਆ, ਉਹ ਲੈ ਕੇ ਮੈਨੂੰ ਵੀ ਕਹਿੰਦੇ ਵੀ ਤੂੰ ਅੱਗੇ ਲੱਗ ਤੇ ਤੂੰ ਆ ਸਾਡੇ ਨਾਲ। ਅਜੇ ਉਹਨਾਂ ਦੀ ਅਗਲੀ ਮੀਟਿੰਗ ਹੋਈ ਨਹੀਂ, ਤਾਂ ਹੋਈ ਤਾਂ ਮੈਂ ਜਾਊਂਗਾ ਜੀ। ਪਰ ਜਿਹੜੇ ਉਹਦੇ 'ਚ ਬੰਦੇ ਮੈਂ ਦੇਖੇ ਕੌਣ ਨੇ, ਉਹਨਾਂ ਕੋਲ ਪੁਰਾਣੀਆਂ ਮਾਰਕਸਿਸਟ ਵਾਲੀਆਂ ਪਾਲਿਸੀਆਂ ਵੀ ਐ ਇੱਕ ਨਰੋਇਆ ਸਮਾਜ, ਬਰਾਬਰਤਾ ਦਾ ਸਮਾਜ ਜਾਂ ਐ ਬਣਾਇਆ ਜਾਵੇ। ਇੱਥੇ ਹੁਣ ਬਰਾਬਰਤਾ ਦਾ ਇਸ਼ੂ ਨਹੀਂ ਹੈਗਾ, ਇੱਥੇ ਤਾਂ ਹੈਗਾ ਕਿ ਚੇਤਨਤਾ ਦਾ ਸਮਾਜ ਚਾਹੀਦਾ ਸਾਨੂੰ। ਸਾਨੂੰ ਬਰਾਬਰਤਾ ਜਾਂ ਨਾ ਬਰਾਬਰਤਾ ਇਸ਼ੂ ਨਹੀਂ ਹੈਗਾ ਵੀ ਤੁਸੀਂ ਚੰਗੇ ਆ ਜਾਂ ਸਾਰਿਆਂ ਨੂੰ ਸਾਰਾ ਕੁਛ ਮਿਲੇ। ਇਹ ਤਾਂ ਸਮਾਜ ਆ, ਕਿਸੇ ਕੋਲੇ ਜ਼ਿਆਦਾ ਹੋਣਾ, ਕਿਸੇ ਕੋਲ ਘੱਟ ਹੋਣਾ। ਅੰਦੋਲਨ ਨੇ ਨਾ ਇੱਕ ਤਰ੍ਹਾਂ ਇੱਕ ਲੋਕਾਂ 'ਚ ਆਭਾਰ ਜਿਹਾ ਲਿਆਂਦਾ ਸੀ, ਖਾਸ ਕਰਕੇ ਯੂਥ ਨੂੰ ਵੀ ਇੱਕ ਮਿਸ਼ਨ ਜਿਹਾ ਮਿਲ ਗਿਆ ਸੀ। ਸਹੀ ਆ। ਉਹ ਮਿਸ਼ਨ ਨਾਲ ਆਪਾਂ ਨੂੰ ਵੀ ਦੇਖਣ ਨੂੰ ਮਿਲਿਆ ਵੀ ਲੋਕੀ ਸ਼ਾਇਦ ਹੁਣ ਚੇਤਨ ਹੋ ਜਾਣਗੇ। ਪਰ ਜਿਉਂ ਹੀ ਉਹ ਉੱਥੋਂ ਵਾਪਸ ਆਏ ਨੇ, ਉਹ ਚੇਤਨਤਾ ਆਪਾਂ ਨੂੰ ਦਿਖ ਨਹੀਂ ਰਹੀ। ਕਿਉਂ ਨਹੀਂ ਦਿਖ ਰਹੀ? ਕਿ ਰਾਜੇਵਾਲ ਹੋਣਾ ਤੇ ਪਹਿਲੀ ਕੁਐਸਚਨ ਉੱਠ ਰਹੇ ਸੀ ਆਉਣ ਤੋਂ ਪਹਿਲੇ ਕਿ ਇਹ ਪੋਲੀਟੀਕਲ ਜੰਪ ਕਰਨਗੇ, ਕਿਉਂਕਿ ਉਹਨਾਂ ਦਾ ਸਾਰੀ ਉਮਰ ਇਹ ਹੋਇਆ ਜਾਂ ਵੱਡਾ ਲੱਖੋਵਾਲ ਹੋਇਆ
ਇਹਨਾਂ ਦੀ ਸਦਾ ਹੀ ਇਹ ਤਾਂਘ ਰਹੀ ਕਿ ਅਸੀਂ ਕਿਵੇਂ ਪੋਲੀਟੀਕਲ ਪਾਵਰ ਚਾਹਣਾ। ਸਹੀ। ਇਹ ਰਹੇ ਵੀ ਨੇ, ਅੱਜ ਤੱਕ ਰਹੇ ਵੀ ਨੇ, ਇਹ ਹੂੰ ਅਕਾਲੀ ਦਲ ਦੇ ਨਾਲ ਲੱਗ ਕੇ ਇਹ ਰਹੇ ਵੀ ਨੇ। ਹੂੰ ਇਹਨਾਂ ਦੀ ਕਿਸਾਨਾਂ ਨਾਲੋਂ ਜ਼ਿਆਦਾ ਪੋਲਿਟਿਕਸ ਨਾਲ ਸਾਂਝ ਰਹੀ ਹੈ। ਉਸ ਚੀਜ਼ ਨੇ ਜਿਹੜਾ ਮਾਈਂਡ ਵਾਪਸ ਆਇਆ ਸੀਗਾ, ਉਹਨੂੰ ਐਸ ਸੱਚ ਹੀ ਪੁਰਾਣੇ ਸੰਦਰਭ ਵਿੱਚ ਹੀ ਆ ਗਿਆ। ਹੂੰ ਕਿਤੇ ਕੁਐਸਚਨ ਨਹੀਂ ਹੋ ਰਹੇ, ਪਹਿਲੇ ਸੀਗੇ ਹਨਾ। ਸਹੀ। ਈਵਨ ਜੇ ਇਹਨਾਂ ਨੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਦੇ ਕੋਲੇ ਪ੍ਰੋਟੈਸਟ ਵੀ ਕੀਤਾ, ਉਸ ਤੋਂ ਬਾਅਦ ਇਹਨਾਂ ਨੇ ਇੱਕ ਤਰ੍ਹਾਂ ਨਾਲ ਮਿੰਨਤਾਂ ਹੀ ਕੀਤੀਆਂ ਵੀ ਸਾਨੂੰ ਪਤਾ ਹੀ ਨਹੀਂ ਸੀ ਪ੍ਰਧਾਨ ਮੰਤਰੀ ਨੇ ਆਉਣਾ, ਹੂੰ ਫਿਰ ਤੁਹਾਨੂੰ ਘਬਰਾਹਟ ਕਿਉਂ? ਸਹੀ ਹੈ। ਤੁਸੀਂ ਬੀਜੇਪੀ ਦੇ ਵਰਕਰਾਂ ਨੂੰ ਵੀ ਰੋਕ ਰਹੇ ਸੀ, ਤੇ ਫਿਰ ਪ੍ਰਧਾਨ ਮੰਤਰੀ ਵੀ ਤਾਂ ਉਹ ਰੈਲੀ ਤੇ ਹੀ ਜਾ ਰਿਹਾ ਸੀ, ਫਿਰ ਇੰਨਾ ਕੁ ਜੁਰਤ ਤਾਂ ਰੱਖੋ ਵੀ ਅਸੀਂ ਰੋਕਿਆ। ਹੂੰ ਸਹੀ ਹੈ। ਇਹ ਤਾਂ ਕੋਈ ਮੇਰੇ ਖਿਆਲ ਦੋ ਰਾਏ ਨਹੀਂ ਚਾਹੀਦੀ। ਹਾਂ, ਜਾਂ ਤਾਂ ਸਟੈਂਡ ਨਾਲ ਲਓ ਤੇ ਜਾਂ ਫਿਰ ਜਾਂ ਭੱਜੋ। ਸਟੈਂਡ ਨਾਲ ਫਿਰ ਜਾਂ ਕਰਦੇ ਨੇ, ਜਦ ਉਹ ਫਿਰ ਤੁਹਾਨੂੰ ਜਦੋਂ ਪਤਾ ਹੀ ਲੱਗ ਗਿਆ ਸੀ ਕਿ ਪ੍ਰਧਾਨ ਮੰਤਰੀ ਆ ਗਿਆ, ਫਿਰ ਹਟ ਜਾਂਦੇ। ਹੂੰ ਇਹ ਤਾਂ ਬੇਸਿਕਲੀ ਸਟੇਟ ਗਵਰਨਮੈਂਟ ਨੇ ਵੀ ਬਹੁਤ ਵੱਡੀ ਨਲਾਇਕੀ ਕੀਤੀ ਆ। ਜਿਸ ਕੀ ਸੀ 100 ਨਹੀਂ ਸੀ 200 ਬੰਦਾ ਸੀ, ਹੂੰ ਉਹਨੂੰ ਪਿੱਛੇ ਕਰ ਦਿੰਦੇ। ਸਗੋਂ ਪ੍ਰਧਾਨ ਮੰਤਰੀ ਨੂੰ ਜਾਣ ਦੇਣਾ ਚਾਹੀਦਾ ਸੀ। ਉਹ ਰੈਲੀ ਤੇ ਜਾਂਦਾ, ਫਿਰ ਦੇਖਦੇ ਉਹਦਾ ਕੀ ਰਿਐਕਸ਼ਨ ਸੀ। ਹੂੰ ਸਹੀ। ਜੇ ਸਹੀ ਚੱਲਦੇ ਤਾਂ ਇਹਨਾਂ ਨੇ ਵੀ ਸ਼ਾਰਟ ਟਾਈਮ ਗੇਮ ਖੇਡੀ ਆ, ਕਿਸਾਨਾਂ ਨੇ ਵੀ ਉਹੀ ਖੇਡੀ ਆ। ਉਹ ਤਾਂ ਪਹਿਲੇ ਹੀ ਬਹੁਤ ਸਿਆਣੇ ਸੀਗੇ, ਘੁੰਮ ਗਏ। ਸਹੀ ਆ। ਉਹ ਤਾਂ ਉਹਨਾਂ ਨੂੰ ਮੁੱਦਾ ਮਿਲ ਗਿਆ। ਹੂੰ ਤੁਸੀਂ ਤਾਂਕੀ ਦੇ ਕੈਨ ਐਕਸਪਲੋਇਟ ਇਟ ਇਨ ਯੂਪੀ, ਹੂੰ ਉੱਤਰਾਖੰਡ ਦੇ ਵਿੱਚ। ਇੱਥੇ ਤਾਂ ਉਹਨਾਂ ਨੂੰ ਪਤਾ ਲੱਗ ਹੀ ਗਿਆ ਵੀ ਨਹੀਂ ਸਾਡੀ ਦਾਲ ਗਲਣੀ। ਤੁਸੀਂ ਕੈਪਟਨ ਵਰਗਾ ਹੀ ਬੰਦਾ ਦੇਖ ਲਓ। ਤੁਸੀਂ ਕਹਿੰਦੇ ਪੋਲੀਟੀਕਲ ਲੀਡਰਸ਼ਿਪ ਦੀ ਤੁਸੀਂ ਗੱਲ ਕੀਤੀ ਵੀ ਇੰਟੈਲੈਕਚੁਅਲ ਕਲਾਸ ਹੈ ਨਾ, ਹੂੰ ਇੰਨਾ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਦੱਸਦਾ। ਇੱਕ ਮਹਾਰਾਜ, ਇੱਕ ਘਰਾਣੇ ਚ ਹੋ ਕੇ ਹੂੰ ਬੈਸਟ ਐਜੂਕੇਸ਼ਨ ਉਹਨੇ ਲਈ ਹੈ ਨਾ। ਹੂੰ ਉਹਨੇ 4.5 ਸਾਲ ਬਾਅਦ ਜਦੋਂ ਨਿਕਲਿਆ, ਜਿੰਨਾ ਮੇਰੇ ਖਿਆਲ ਉਹ ਲੱਗਿਆ ਕਿ ਬੰਦਾ ਆਪਣੀ ਸੋਚ ਤੋਂ ਮਤਲਬ ਬਿਲਕੁਲ ਕੋਰਾ, ਹੂੰ ਕੋਈ ਵੀ ਨਹੀਂ ਨਿਕਲਿਆ ਹੋਣਾ। ਸਹੀ। ਇੱਕਦਮ ਹੀ ਉਹਦਾ ਜਿਹੜਾ ਸਟੇਟਸ ਗ੍ਰਾਫ ਆ, ਉਹ ਮਤਲਬ ਕਿ ਜਮਾਂ ਹੀ ਜ਼ੀਰੋ ਤੇ ਆ ਗਿਆ। ਸਹੀ। ਤੇ ਕਿਹਦੇ ਮਗਰ ਲੱਗ ਗਿਆ ਜਾ ਕੇ? ਕਿਤੇ ਤਾਂ ਆਪਣੇ ਉਹਨੂੰ ਕਹਿੰਦਾ ਮੈਂ 84 ਚ ਰਿਜ਼ਾਈਨ ਕਰਤਾ, ਮੈਂ ਆਹ ਕਰਤਾ। ਨਹੀਂ, ਉਹੀ ਪਹਿਲੇ ਕਪੂਰੀ ਵੇਲੇ ਤਾਂ ਲੈ ਕੇ ਆਉਂਦਾ ਹੈਗਾ, ਖੜਦਾ ਇੰਦਰਾ ਗਾਂਧੀ ਦੇ ਨਾਲ ਵੀ ਪਟਲਾ ਨਹਿਰ ਹੈ ਨਾ, ਫਿਰ ਉਹੀ ਨਹਿਰ ਉਹ ਬੰਦ ਕਰਾਉਂਦੇ ਨੇ, ਹੈ ਨਾ। ਇਹਨਾਂ ਦੇ ਪਰਿਵਾਰਿਕ ਹਿਸਟਰੀ ਵੀ ਇਹੀ ਆ ਕਿ ਜਦੋਂ ਵੀ ਸਿੱਖਾਂ ਨੂੰ ਜਾਂ ਕੋਈ ਲੋੜ ਪਈ ਆ, ਇਹ ਸਰਕਾਰ ਦੇ ਨਾਲ ਖੜੇ ਆ, ਜਨਤਾ ਦੇ ਉਲਟ। ਇਹਨਾਂ ਦੀ ਪੁਰਾਣੀ ਹਿਸਟਰੀ ਹੈ, ਚਾਹੇ ਜਲਿਆਂਵਾਲਾ ਬਾਗ ਦਾ ਲੈ ਲਓ, ਚਾਹੇ ਜਦੋਂ 47 ਚ ਮੈਸੈਕਰਸ ਹੋਏ ਨੇ, ਇਹਨਾਂ ਨੇ ਆਪਣੇ ਪੱਲਿਓਂ ਸਮਾਨ ਦਿੱਤਾ ਵੀ ਚੱਕ ਦੋ, ਮਾਰੋ, ਵੱਢੋ ਮੁਸਲਮਾਨਾਂ। ਹੁਣ ਤੁਸੀਂ ਕਹੋ ਵੀ ਅਸੀਂ ਜੀ ਐ ਹੋ ਗਿਆ, ਉਹ ਹੋ ਗਿਆ। ਇਦੋਂ ਵੱਡਾ ਤਾਂ ਮੇਰੇ ਖਿਆਲ ਕੋਈ ਲੀਡਰ ਵੀ ਹੈ ਨਹੀਂ ਸੀਗਾ ਕਾਂਗਰਸ ਕੋਲੇ ਫॉर ਲੌਂਗ ਟਾਈਮ। ਪਿਛਲੇ 15 ਸਾਲਾਂ ਤੋਂ ਤਾਂ ਇਹੀ ਸੀਗਾ ਨਾ। ਜੇ ਇੱਕ ਵੱਡੀ ਪਾਰਟੀ ਦਾ ਲੀਡਰ ਦਾ ਹਾਲਾਤ ਚੰਨੀ ਠੀਕ ਆ ਕਿ ਉਹਨੇ ਆਪਣੇ ਆਪ ਨੂੰ ਪ੍ਰੈਜ਼ੈਂਟ ਕੀਤਾ ਐਜ਼ ਏ ਕਾਮਨ ਮੈਨ। ਜੀ, ਸਾਨੂੰ ਭਾਵੇਂ ਖਾਸ ਬੰਦਾ ਹੀ ਹੋਵੇ, ਸਾਨੂੰ ਤਾਂ ਇੱਕ ਸਟੇਟਸਮੈਨ ਚਾਹੀਦਾ ਆ। ਸਹੀ। ਜਿਵੇਂ ਕੋਈ ਅਬਰਾਹਮ ਲਿੰਕਨ ਸੀ ਜਾਂ ਉਹ ਲੱਭਣ ਦਾ ਬੜਾ ਮੁਸ਼ਕਲ ਹੈ। ਬੋਰਿਸ ਜੌਨਸਨ ਪ੍ਰੈਜ਼ੈਂਟਲੀ ਹੈਗਾ, ਮਤਲਬ ਕਿ ਦੇ ਹੈਵ ਸਮ ਸਟੇਟਸ। ਜਾਂ ਬਰਾਕ ਓਬਾਮਾ ਹੈਗਾ, ਨਹੀਂ ਹੈਗਾ ਸਿੱਖ ਲਓ। ਸਹੀ। ਆਪਾਂ ਹੁਣ ਸਾਰੇ ਇੰਡੀਆ ਚ ਵੀ ਜੇ ਇੱਥੇ ਝਾਤ ਮਾਰੀਏ, ਕੌਣ ਆ ਬੰਦਾ ਇਹਨਾਂ ਸਾਰਿਆਂ ਨੂੰ? ਤਾਂ ਫਿਰ ਉਹ ਨਵਨੀਤ ਪਟਨਾਇਕ ਜਿਹੜਾ ਹੈਗਾ ਉੜੀਸਾ ਵਾਲਾ, ਉਹ ਮੱਚ ਬੈਟਰ ਆ। ਇੰਨੀ ਕਿਤਾ ਝਾਤ ਮਾਰੂ, ਉਹ ਕਿਉਂ ਇੰਨੇ ਚਿਰ ਤੋਂ ਰਾਜ ਕਰ ਰਿਹਾ? ਲੋਕਾਂ ਨੂੰ ਬਣਤਾ ਨਹੀਂ ਕੁਛ ਰਿਹਾ। ਉਹ ਸਹੀ। ਆਪਣਾ ਬਜਟ ਵੀ ਬੈਲੈਂਸ ਕਰ ਰਿਹਾ। ਜਿਹੜੀ ਸੁਣਿਆ ਵੱਡੀ ਗੱਲ ਹੈ ਨਾ ਕਿ ਆਪਣੇ ਲੋਕਾਂ ਨੂੰ ਇੰਨੀ ਚੇਤਨਤਾ ਹੀ ਨਹੀਂ ਕਿ ਅਸੀਂ ਮੰਗਣਾ ਕੀ ਹੈ ਸਰਕਾਰ। ਸਹੀ ਗੱਲ। ਆਪਾਂ ਚਾਹੁੰਦੇ ਹਾਂ ਕਿ ਜਿਹੜਾ ਸਾਡਾ ਸਟੇਟ ਦਾ ਬਜਟ ਆ, ਇਹਨੂੰ ਬੈਲੈਂਸ ਕਰੋ। ਇਹਦੇ ਚ ਖਾਮੀਆਂ ਕਿਉਂ ਨੇ? ਇਹ ਤਾਂ ਆਪਾਂ ਨੂੰ ਕੋਈ ਵੀ ਨਹੀਂ ਕਹਿ ਰਿਹਾ। ਸਹੀ ਗੱਲ। ਸਾਡੇ ਟੈਕਸ ਘਟਾਓ, ਸਾਡੇ ਤੇ ਬੇਲੋੜੇ ਟੈਕਸ ਕਿਉਂ ਲਾਏ ਹੋਏ ਆ? ਸਾਡੇ ਤੇ ਚੜਿਆ ਕਰਜ਼ਾ ਵਾਪਸ ਲਓ ਜਾਂ ਉਹਦੇ ਤੇ ਕੁਝ ਹੋਵੇ। ਉਹ ਕਿੰਨੀ ਵਾਰ ਲੈ ਚੁੱਕਿਆ, ਕਿੰਨੀ ਵਾਰ ਚੜ ਚੁੱਕਿਆ, ਉਹਦੀ ਇਹੀ ਨਹੀਂ ਪਤਾ ਵੀ ਉਹ ਲੈ ਵੀ ਗਿਆ ਕਿ ਚੜ ਵੀ ਗਿਆ। ਗੁਜਰਾਲ ਵੇਲੇ ਕਹਿੰਦੇ ਸੀ ਜੀ ਮੋੜਦਾ, ਉਹਨੇ ਸਭ ਕੁਝ ਕਰਤਾ, ਆਹੀ ਕੱਲ ਹੀ ਕਹਿੰਦੇ ਸੀ, ਹੁਣ ਕਹਿੰਦੇ ਹੈਗੇ ਆ। ਤੇ ਜਿਵੇਂ ਹੁਣ ਸੰਯੁਕਤ ਸਮਾਜ ਮੋਰਚਾ ਬਣ ਗਿਆ ਹੈ, ਹਾਂਜੀ, ਇਹਦਾ ਕੀ ਲੱਗਦਾ ਤੁਹਾਨੂੰ ਆਧਾਰ ਕੀ ਰਹੂਗਾ ਪੰਜਾਬ ਦੀ ਸਿਆਸਤ ਦੇ ਵਿੱਚ, ਕੀ ਕਰ ਸਕੂਗਾ ਇਹ?
ਭਾਈ ਦੇਰ ਟੂ ਲਿਟਲ ਟੂ ਲੇਟ, ਦੇਰ ਹੋ ਗਈ। ਜਿੱਦਾਂ ਜਦੋਂ ਮੋਰਚਾ ਚੱਲਿਆ ਸੀ ਉਦੋਂ ਹੀ ਉਹਨੂੰ ਪੋਲੀਟੀਕਲ ਰੰਗਤ ਦੇ ਕੇ ਚੱਲਣਾ ਚਾਹੀਦਾ ਸੀ। ਸੀਗਾ ਤਾਂ ਪੋਲੀਟੀਕਲੀ ਪ੍ਰੋਟੈਸਟ ਸੀ ਨਾ ਉਹ, ਇਟ ਵਾਸ, ਚਲੋ ਆਪਾਂ ਕਹਿੰਦੇ ਸਟਰਗਲ ਨਹੀਂ ਸੀ, ਪਰ ਪ੍ਰੋਟੈਸਟ ਤਾਂ ਪੋਲੀਟੀਕਲੀ ਸੀ। ਕੋਈ ਵੀ ਜਿਹੜੀ ਰੋਸ ਹੁੰਦਾ ਉਹਦਾ ਰਾਜਨੀਤਿਕ ਪੱਖ ਤਾਂ ਹੋਣਾ ਹੀ ਹੋਣਾ, ਉਹਨੂੰ ਅਲੱਗਾ ਕੀਤਾ ਨਹੀਂ ਜਾ ਸਕਦਾ। ਉਦੋਂ ਹੀ ਇਹ ਕੋਈ ਆਪਣਾ ਪਲੇਟਫਾਰਮ ਬਣਾਉਂਦੇ ਕਿ ਅਸੀਂ ਹੈਗੇ ਹਾਂ ਐਂਡ ਵੀ ਆਰ ਨਾਓ ਗੋਇੰਗ ਟੂ ਐਕਟਿਵਲੀ ਪਾਰਟਿਸਿਪੇਟ ਇਨ ਦਾ ਪੋਲਿਟਿਕਸ। ਉਸ ਚੀਜ਼ ਤੇ ਤਾਂ ਬੋਲੇ ਨਹੀਂ, ਦਬੇ ਰਹੇ। ਜੇ ਕਿਸੇ ਨੇ ਗੱਲ ਕੀਤੀ ਵੀ ਤਾਂ ਉਹਨੂੰ ਦਬਾ ਦਿੱਤਾ ਗਿਆ। ਹੁਣ ਜਦੋਂ ਇਹ ਆਏ ਨੇ ਤਾਂ ਇਹਨਾਂ ਕੋਲ ਨਾ ਤਾਂ ਸਮਾਂ, ਨਾ ਇਹ ਇਕੱਠੇ ਨੇ। ਉਹ ਜਿਹੜੀ ਸੀਗੀ ਚੌਧਰ ਦੀ ਖੇਡ 'ਚ ਅੱਡ ਹੋ ਗਏ। ਉਹ ਹੋਣਾ ਵੀ ਸੀ, ਪੰਜਾਬ 'ਚ ਆ ਕੇ ਤਾਂ ਹੋਣਾ ਹੀ ਸੀਗਾ। ਉਦੋਂ ਇੱਕ ਸਾਂਝਾ ਮੁੱਦਾ ਸੀਗਾ ਜਿੱਤੇ ਖੜ ਗਏ। ਉਹਨਾਂ ਨੇ ਕਿਉਂ ਬੈਕ ਟਰੈਕ ਕੀਤਾ ਮੋਦੀ ਨੇ, ਜਾਂ ਕੀ ਉਹ ਸੋਚ ਕੇ ਪਿੱਛੇ ਹਟੇ ਆ, ਇਹ ਹਜੇ ਡਿਬੇਟੇਬਲ ਆ ਜੀ। ਤੇ ਅਕਾਲੀ ਦਲ ਨੇ ਬੀਜੇਪੀ ਦਾ ਸਾਥ ਛੱਡਿਆ, ਬੀਐਸਪੀ ਦੇ ਨਾਲ ਸਾਂਝ ਪਾਈ ਹੈ, ਉਹਦਾ ਉਹਨੂੰ ਕੋਈ ਫਾਇਦਾ ਮਿਲਦੇ ਅਸਾਰ ਲੱਗਦੇ ਆ ਜੀ? ਅਕਾਲੀ ਦਲ ਜਿਹੜਾ ਨੇ ਇਟਸੈਲਫ ਜਿਹੜਾ ਹੈਗਾ, ਭਾਵੇਂ ਮਿਹਨਤ ਬਹੁਤ ਕਰ ਰਹੇ ਹੋ, ਪਰ ਜਿਹੜਾ ਉਹਨਾਂ ਦਾ ਸਿੱਖਾਂ ਦੇ ਨਾਲ, ਸਿੱਖ ਕੌਮ ਨਾਲ ਇੱਕ ਤਰ੍ਹਾਂ ਨਾਲ ਫਰਕ ਪੈ ਚੁੱਕਿਆ ਨਾ, ਸਿੱਖਾਂ ਦੇ ਮਨਾਂ ਵਿੱਚੋਂ ਅਕਾਲੀ ਦਲ ਦੀ ਹੁਣ ਉਹ ਰਿਸਪੈਕਟ ਨਹੀਂ ਰਹੀ। ਨਾ ਹੀ ਬੀਐਸਪੀ ਕੋਲੇ ਇਸ ਤਰ੍ਹਾਂ ਦਾ ਕੋਈ ਹੋਲਡ ਆ। ਉਹ ਜਿਹੜੀਆਂ ਇੰਨੀਆਂ ਵੰਡੀਆਂ ਹੋਈਆਂ ਦਲ ਸਮਾਜ ਵਿੱਚ ਵੰਡੀਆਂ ਨੇ ਜੀ, ਉਹਨਾਂ ਨੂੰ ਆਪਣੇ ਵੱਲ ਖਿੱਚ ਸਕਣਗੇ। ਇਹ ਇੱਕ ਹਿੱਸੇ ਦੇ, ਬੀਐਸਪੀ ਇੱਕ ਹਿੱਸੇ ਦੀ ਬਣੀ ਸੀਗੀ ਦਲਿਤ ਪਾਰਟੀ, ਕਿਉਂਕਿ ਕਾਂਸ਼ੀ ਰਾਮ ਇੱਕ ਹਿੱਸੇ ਦਾ ਸੀਗਾ, ਇੱਕ ਮਤਲਬ ਚਮਾਰ ਸੀ ਜਿਸ ਕਿਵੇਂ ਉਹ ਸੀਗਾ, ਹਨਾ ਜੀ। ਇਹ ਜਿਹੜੀਆਂ ਬਾਕੀ 39 ਦਲਿਤ ਸੈਕਸ਼ਨਸ ਨੇ ਪੰਜਾਬ 'ਚ, ਸੈਗਮੈਂਟਸ ਨੇ, ਉਹਨਾਂ ਨੂੰ ਵੀ ਖਿੱਚ ਸਕਣਗੇ। ਨੋ ਡਾਊਟ ਕਿ ਜਿਹੜੇ ਪੋਲੀਟੀਕਲ ਲੀਡਰਸ ਨੇ, ਈਵਨ ਹਰਸਿਮਰਤ ਆ, ਸੁਖਬੀਰ ਬਾਦਲ ਆ, ਇਹ ਸਾਰੇ ਇਹ ਡੇਰਾ ਬਾਲਣ ਚਲੇ ਗਏ, ਡੇਰਾ ਚਲੇ ਗਏ, ਫਲਾਣਾ ਚਲੇ ਗਏ। ਮੈਂ ਨਹੀਂ ਸੋਚਦਾ ਵੀ ਡੇਰਾ ਕੱਲਾ ਇੱਕ ਕਵੇ ਤਾਂ ਉਹਦੇ ਕਹੇ ਤੇ 70,000 ਵੋਟ ਪੈ ਜੂਗੀ ਜਾਂ ਲੱਖ ਵੋਟ ਪੈ ਜੂ। ਨਹੀਂ, ਇਟ ਕੈਨ ਇਨਫਲੂਐਂਸ, ਬਟ ਟੂ ਅ ਸਰਟਨ ਸੈਕਟਰ। ਤੁਸੀਂ ਉਹਨਾਂ ਬੰਦਿਆਂ ਨੂੰ ਉਹਨਾਂ ਦੀ ਲੋੜ ਤੋਂ ਵੱਧ ਕਿਉਂ ਮਹੱਤਤਾ ਦੇ ਰਹੇ ਹੋ? ਤੁਸੀਂ ਲੋਕਾਂ ਤੇ ਵਿਸ਼ਵਾਸ ਕਰੋ। ਵੋਟ ਦਾ ਲੋਕਾਂ ਨੇ ਪਾਉਣੀ ਹੈ ਨਾ। ਬਾਬਾ ਦਾ ਇੱਕ ਵੋਟ ਪਾਊਗਾ। ਜਿਵੇਂ ਹੁਣ ਸਲਾਬਤਪੁਰੇ ਗਏ ਨੇ ਸਾਰੇ ਲੀਡਰ ਗਏ ਜੀ, ਉਹ ਕਹਿੰਦੇ ਉਹ ਹੁਣ ਐਡਾ ਵੱਡਾ ਕਹਿੰਦੇ ਪੋਲੀਟੀਕਲ ਵਿੰਗ ਬਣਾਇਆ ਹੋਇਆ, ਮਤਲਬ ਕਿ ਦੇ ਥਿੰਕ ਕਿ ਅਸੀਂ ਕਹਿੰਦੇ ਸਾਡਾ 55 ਤੋਂ 60 ਲੱਖ ਬੰਦਾ, ਅਸੀਂ ਪੰਜਾਬ ਦੀ ਪਾਵਰ ਸਟਰਗਲ ਨੂੰ ਬਦਲ ਸਕਦੇ ਹਾਂ। ਇੱਕ ਤਾਂ ਪਹਿਲੀ ਲੀਡਰਾਂ ਦੇ ਜਦੋਂ ਬੰਦਾ ਤੁਹਾਡਾ ਤਾਂ ਰੇਪ ਕੇਸ ਚੰਦਰ ਆ, ਕਨਵਿਕਟਡ ਆ ਨਾ, ਜੇ ਕਨਵਿਕਟਡ ਬੰਦੇ ਮਗਰ ਵੀ ਇੰਨੀ ਦੁਨੀਆ ਲੱਗ ਸਕਦੀ ਆ, ਆਈ ਥਿੰਕ ਇਟਸ ਨਾਟ ਏ, ਮਤਲਬ ਕਿ ਕੋਈ ਆਪਾਂ ਮੈਥਮੈਟਿਕਸ ਸਮਝਣ ਦੀ ਗੱਲ ਆ ਕਿ ਆਪਾਂ ਨੂੰ ਆਪਣੇ ਲੋਕਾਂ ਤੇ ਤਰਸ ਹੋਣਾ ਚਾਹੀਦਾ ਕਿ ਆਪਾਂ ਖੜੇ ਕਿੱਥੇ ਆ। ਸਹੀ ਗੱਲ। ਇੱਕ ਸਾਡਾ ਕੋਈ ਕਤਲ ਤੇ ਆਇਆ ਹੋਵੇ ਤਾਂ ਲੋਕੀ ਸ਼ਨ ਕਰਦੇ ਆ, ਉਹਦੇ ਤਾਂ ਹਜੇ 21 ਕੇਸ ਹੋਇਆ, ਦੂਜੇ ਕੇਸ ਖੜੇ ਨੇ ਬਿਨਾਂ ਸ਼ੱਕ। ਦੂਜਾ ਜਿਹੜਾ ਅਕਾਲੀ ਦਲ ਲਈ ਇਸ਼ੂ ਆ ਵੱਡਾ, ਕਿ ਇਹ ਬੇਅਦਬੀ ਵਾਲੇ ਕੇਸ ਨੂੰ ਰਾਈਟਲੀ ਹੈਂਡਲ ਹੀ ਨਹੀਂ ਕਰ ਸਕੇ। ਅੱਜ ਵੀ ਨਹੀਂ ਇਹ ਉਸ ਨੂੰ ਸੋਚ ਸਕੇ ਵੀ ਗਲਤੀ ਕਿੱਥੋਂ ਹੋਈ ਹੈ। ਸਹੀ। ਨਾ ਪ੍ਰੈਜ਼ੈਂਟ ਸਰਕਾਰ ਸਮਝ ਸਕੀ। ਆਪਾਂ ਉਦੋਂ ਵੀ ਕੇਸ ਗਵਾਚ ਗਿਆ ਜਿਹੜਾ ਹੁਣ ਦਰਬਾਰ ਸਾਹਿਬ 'ਚ ਹੋਇਆ, ਉਹ ਵੀ ਬੇਸਿਕਲੀ ਅਕਾਲੀ ਦਲ ਦੀ ਹੋਈ ਸਬਸਿਡਰੀ ਆ ਐਸਜੀਪੀਸੀ। ਇਹਨਾਂ ਨੇ ਆਪਣੇ ਆਪ ਹੀ ਗਵਾਤਾ ਕੇਸ, ਲਿੰਚਿੰਗ ਹੀ ਕਰਦੀ। ਦਰਬਾਰ ਸਾਹਿਬ 'ਚ ਲਿੰਚਿੰਗ ਕਰ ਦੋਗੇ ਯਾਰ, ਹਾਊ ਕੈਨ ਦੈਟ ਬੀ? ਇਹ ਤਾਂ ਉੱਥੇ ਕੋਈ ਭਾਵੇਂ ਕਿੰਨਾ ਵੀ ਹੋਇਆ ਹੁੰਦਾ, ਜਦੋਂ ਬੰਦਾ ਫੜ ਲਿਆ, ਤੁਸੀਂ 50 ਨੰਬਰ ਕਮਰੇ 'ਚ ਲੈ ਆਏ, ਐਸਜੀਪੀਸੀ ਦਾ ਪ੍ਰੈਜ਼ੀਡੈਂਟ ਆ ਗਿਆ, ਤੁਸੀਂ ਫਿਰ ਜਾਂ ਤਾਂ ਕਹਿ ਦਿਓ ਵੀ ਅਸੀਂ ਕਾਨੂੰਨ ਮੰਨਦੇ ਹੀ ਨਹੀਂ, ਸਹੀ, ਜਾਂ ਤਾਂ ਫਿਰ ਤੁਸੀਂ ਕੁਝ ਕੱਢ ਕੇ ਦਿਖਾਉਂਦੇ ਇਹਦੇ ਵਿੱਚੋਂ। ਮਾਰਨਾ ਤਾਂ ਕੋਈ ਸੋਲੂਸ਼ਨ ਨਹੀਂ ਸੀ ਨਾ। ਇੱਕ ਦਿਨ ਜੇ ਤੁਹਾਨੂੰ ਪੈਂਦੀ ਸੱਟੇ ਕੋਈ ਕੁੱਟੀ ਜਾਊਗਾ, ਤੁਸੀਂ ਬੋਲੋਗੇ ਕਿਵੇਂ? ਸਮਾਂ ਤਾਂ ਦੇਣਾ ਹੀ ਪੈਣਾ ਸੀ ਨਾ, ਜਾਂ ਫਿਰ ਰੱਖੀ ਰੱਖਦੇ 2-4 ਦਿਨ ਬੰਦੇ ਨੂੰ ਦਿੰਦੇ, ਕੁੱਟ ਲੈਂਦੇ, ਮਾਰ ਲੈਂਦੇ। ਨਾਲੇ ਕੁੱਟ ਮਾਰਨ ਨਾਲ ਥੋੜਾ ਬੰਦਾ ਬੋਲਦਾ,
ਇਹ ਤਾਂ ਸਾਰੇ ਵੱਡੀ ਬਿਲ ਆਪਣੇ ਪੰਜਾਬ ਪੁਲਿਸ ਦੇ ਟੈਕਟਿਕਸ ਨੇ। ਅੱਜ ਕੱਲ ਦੁਨੀਆ 'ਚ ਬਣਾਉਣ ਨੂੰ ਬਹੁਤ ਕੁਛ ਆ। ਉਹ ਏਡੀ ਵੱਡੀ ਗੱਲ ਹੋਈ ਐਂ ਜਿਹੜਾ ਪ੍ਰੈਜ਼ੈਂਟ ਬੇਅਦਬੀ ਦਾ ਇਸ਼ੂ ਸੀਗਾ, ਲਾਸਟ ਮੰਥ CBI ਦੇ ਦੁਆਰਾ ਕੋਰਟ 'ਚ ਆਈ ਸੀਗੀ ਜੀ। ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ। ਉਹ ਆ ਕੇ ਬੋਲੇ ਆ ਕਿ ਜਿਹੜੇ ਬੰਦੇ ਹੁਣ ਪ੍ਰੈਜ਼ੈਂਟ SIT ਨੇ ਚੱਕੇ ਹੋਏ ਆ, ਜੀ। ਇਹ ਬੰਦੇ ਸਾਡੇ ਵੀ ਕਹਿੰਦੀ ਪਹਿਲੇ ਨਿਗਾਹ 'ਚ ਸੀਗੇ, ਇਹ ਸਾਰੇ ਇਨੋਸੈਂਟ ਆ। ਓਕੇ। ਕੋਰਟ 'ਚ ਦਿੱਤੀ ਆ ਸਟੇਟਮੈਂਟ। ਉਹ ਕਹਿੰਦੇ ਵੀ ਜਿਹੜੇ ਖੱਟੜੇ ਨੇ ਜਿੰਨੀ SIT ਦੀ ਰਿਪੋਰਟ ਬਣਾਈ ਸੀ ਜਾਂ ਕੀਤਾ ਸੀਗਾ, ਦੈਟ ਵਾਜ਼ ਅੰਡਰ ਟਾਰਚਰ, ਹਿਊਮਿਲੇਟਿੰਗ ਵੂਮਨ, ਕੁੜੀਆਂ ਉਹਨਾਂ ਦੀਆਂ ਲਿਆ ਕੇ ਨੰਗੀਆਂ ਕਰਦੀਆਂ ਸੀ ਉਹਨਾਂ ਸਾਹਮਣੇ ਸਟੇਟਮੈਂਟ ਲੈਣ ਲਈ, ਜਿਹੜੀ ਕਨਫੈਸ਼ਨ ਲਈ ਸੀ। ਜਦੋਂ ਹੀ ਪਹਿਲਾਂ ਉਹਨਾਂ ਨੂੰ ਮੌਕਾ ਮਿਲਿਆ, ਉਹਨਾਂ ਨੇ ਕਿਹਾ ਸਾਡਾ ਕੋਈ ਲੈਣਾ ਦੇਣਾ। ਮੈਂ ਨਹੀਂ ਕਹਿੰਦਾ ਡੇਰੇ ਦਾ ਹੱਥ ਹੈ ਜਾਂ ਨਹੀਂ ਹੈ, ਪਰ ਇੱਕੋ ਐਂਗਲ ਹੀ ਕਿਉਂ ਦੇਖਿਆ ਜਾ ਰਿਹਾ? ਸਹੀ। ਦੂਸਰਾ ਐਂਗਲ ਹੀ ਹੈ ਨਹੀਂ। ਜਦੋਂ ਇਨਵੈਸਟੀਗੇਸ਼ਨ ਹੁੰਦੀ ਹੈ ਦੇ ਲੁੱਕ ਔਨ ਆਲਵੇਜ਼ ਯਾਰ। ਸਹੀ। ਤੁਸੀਂ ਉਹੀ ਕਿਉਂ ਅਕਿਊਜ਼ਡ ਨੇ? ਉਹ ਬਾਰ-ਬਾਰ ਫੜਦੇ ਆ, ਬਾਰ-ਬਾਰ ਜ਼ਮਾਨਤ ਹੋ ਜਾਂਦੀ ਆ, ਫੇਰ ਕਰ ਲੈਂਦੇ ਆ, ਫੇਰ ਆਪੋ ਹੀ ਫੜ ਲੈਂਦੇ ਆ। ਹਮੇਸ਼ਾ ਜਿੰਨੀਆਂ SITs ਬਣੀਆਂ ਉੱਥੇ ਘੁੰਮੀ ਗਏ ਇਹ। ਸਹੀ। ਲੱਭਿਆ ਕੁਛ ਵੀ ਨਹੀਂ, ਲੱਭਿਆ ਤਾਂ ਕੁਛ ਵੀ ਨਹੀਂ। ਈਵਨ ਪੁਲਿਸ ਫਾਇਰਿੰਗ ਆ ਜਾਂ ਜੋ ਕੁਛ ਹੋਇਆ, ਬੇਸਿਕਲੀ ਤਾਂ ਜਿਹੜੀ ਪੁਲਿਸ ਫਾਇਰਿੰਗ ਹੋਈ ਆ, ਇਟ ਸ਼ੁੱਡ ਹੈਵ ਬੀਨ a state matter and investigated by the Punjab police itself ਕਿ ਸਾਡੇ ਅਫਸਰ ਤੋਂ ਕੀ ਕਤਾਈ ਹੋਈ ਹੈ। ਕੋਰਟ 'ਚ ਤਾਂ ਫੇਰ ਜਾਂਦਾ ਨਾ, ਜੇ ਨਾ ਹੁੰਦਾ ਪਹਿਲੇ ਤੇ ਆਪਣੀ ਪਰਸਨਲ ਇਨਕੁਆਇਰੀ ਕਰਦੇ। ਇੰਟਰਨਲ ਤੁਹਾਡੇ ਇੰਟਰਨਲ ਵਿੰਗ ਹੁੰਦੇ ਆ, ਜਿਵੇਂ ਵਿਜੀਲੈਂਸ ਆ ਜਾਂ ਕੋਈ ਆ, ਇਹਨਾਂ ਨੂੰ ਕਰਨਾ ਚਾਹੀਦਾ ਸੀ। ਇਹ ਸਿਰਫ ਨਾਮ ਲੈਣ ਲਈ ਵੱਡੇ ਅਫਸਰਾਂ ਦੇ ਨਾਂ ਕਰਤੇ ਜੀ, ਉਹ ਕਰਤੇ। ਸੈਣੀ ਉਹਨਾਂ ਦੀ ਕੀ ਔਕਾਤ ਸੀਗੀ ਕਿ ਗੋਲੀ ਚਲਾ ਦਿੰਦੇ? ਤਾਂ ਮਤਲਬ ਕਿ ਦਿਸ ਸ਼ੁੱਡ ਹੈਵ ਬੀਨ ਲਾਈਨ ਆਫ ਇਨਕੁਆਇਰੀ ਵਿਦ ਇਨ ਦਾ ਪੁਲਿਸ। ਦੂਜਾ ਕੇਸ ਸੈਪਰੇਟ ਸੀਗਾ ਜੀ। ਇਦਾਂ ਦੇ ਮਸਲਿਆਂ 'ਚ ਆਪਾਂ ਨੂੰ ਉਲਝਾ ਲਿੱਤਾ ਗਿਆ ਤਾਂ ਕਿ ਲੋਕੀ ਆਪਾਂ ਭੁੱਲ ਜਾਈਏ ਕਿ ਸਾਡਾ ਪੰਜਾਬ ਜਿਹੜਾ ਹੈਗਾ ਆਪਣੀ ਰਾਜਧਾਨੀ ਗਵਾ ਚੁੱਕਿਆ। ਅੱਜ ਮਤਲਬ ਕਿ ਆਪਾਂ ਸਿਰਫ 16% ਹੈਗੇ ਆ ਚੰਡੀਗੜ੍ਹ ਦੀ ਪਾਪੂਲੇਸ਼ਨ 'ਚ ਜਿਹੜੇ ਪੰਜਾਬੀ ਆ ਜੀ, ਜਿਹੜੇ ਪੰਜਾਬੀ ਬੋਲਦੇ ਆ ਜਾਂ ਜਿਹੜੇ ਪੰਜਾਬ ਨਾਲ ਜੁੜੇ ਹੋਏ ਆ। ਬਾਕੀ ਤਾਂ 70-80% ਪਲੱਸ ਲੋਕੀ ਜਿਹੜੇ ਉਹ ਤਾਂ ਦੂਜੇ ਆ। ਦੈਨ ਦੇਰ ਆਰ ਮਾਈਗ੍ਰੈਂਟਸ। ਆਪਾਂ ਤਾਂ ਕਿਤੇ ਸਟੈਂਡ ਹੀ ਨਹੀਂ ਕਰਦੇ ਜੇ ਆਪਾਂ ਨੂੰ ਕਹੀਏ ਵੀ ਹਾਂ ਦਿੰਨੇ ਆ, ਚੰਡੀਗੜ੍ਹ ਵਾਲਿਆਂ ਨੇ ਨਹੀਂ ਮੰਨਣਾ। ਸਹੀ। ਆਪਾਂ ਇੰਨਾ ਲੂਜ਼ ਕਰ ਚੁੱਕੇ ਹਾਂ। ਭਾਖੜਾ ਮੈਨੇਜਮੈਂਟ ਬਾਰੇ ਤਾਂ ਬਹੁਤਿਆਂ ਨੂੰ ਪਤਾ ਹੀ ਨਹੀਂ ਵੀ ਉਹ ਕੰਟਰੋਲ ਆਪਣਾ ਹੈਗਾ ਸਰਹੰਦ ਨਹਿਰ ਜਿੱਥੋਂ ਆਉਂਦੀ ਆ, ਉਹ ਕੰਟਰੋਲ ਤਾਂ ਪੰਜਾਬ ਦਾ, ਪਰ ਹੈ ਸੈਂਟਰ ਕੋਲੇ ਆ। ਉਹਦੇ ਪਾਣੀ ਦਾ ਤਾਂ ਹੀ ਰੌਲਾ ਪੈ ਰਿਹਾ। ਹਾਂ, SYL ਦਾ ਠੀਕ ਆ, ਪਹਿਲੇ ਰੌਲਾ ਪੈਂਦਾ ਸੀਗਾ, ਹੁਣ ਸੁਪਰੀਮ ਕੋਰਟ ਚਲਾ ਗਿਆ, ਫਲਾਨਾ ਹੋ ਗਿਆ, ਖਤਮ ਹੋ ਗਿਆ। ਪਹਿਲੇ ਤਾਂ ਨਹਿਰ ਜੀ ਉਹ ਕਹਿੰਦੇ ਸੀ ਪੂਰਤੀ, ਆਹ ਕਰਤੀ, ਫਲਾਨਾ ਕਰਤਾ। ਉਹ ਮੋਦੀ ਹੁਣੀ ਤਾਂ ਵੈਸੇ ਹੀ ਕਹਿ ਰਹੇ ਕਿ ਵੀ ਦੇ ਗੋਨੋ ਲਿੰਕ ਆਲ ਦਾ ਕਨਾਲ, ਜਿਹੜੀਆਂ ਰਿਵਰਸ ਨੇ ਇੰਟਰਲਿੰਕ ਕਰ ਦੇਣੀ। ਫਿਰ ਕੁੱਲ ਮਿਲਾ ਕੇ ਫਿਰ ਉੱਥੇ ਆ ਜਾਂਦੀ ਹੈ ਜੀ ਗੱਲ ਕਿ ਅਸੀਂ ਉਮੀਦ ਕੀ ਕਰੀਏ ਹੁਣ ਪੰਜਾਬ ਦੇ ਭਵਿੱਖ ਦੀ? ਉਮੀਦ ਦੀ ਕਿਰਨ ਵੈਸੇ ਜਦੋਂ ਆਪ ਦਾ ਆਭਾਰ ਹੋਇਆ ਨਾ, ਲੋਕਾਂ ਨੂੰ ਪਹਿਲੀ ਵਾਰ ਲੱਗਿਆ ਸੀ ਕਿ ਵੀ ਕੈਨ ਮੇਕ ਅ ਚੇਂਜ। ਪਰ ਜਦੋਂ ਜਿਹੜੇ ਮੈਂ ਤਾਂ ਬਲੇਮ ਕਰੂੰਗਾ ਜਿਹੜੀ ਪੰਜਾਬ ਦੀ ਆਪ ਲੀਡਰਸ਼ਿਪ ਆ, ਕਿ ਇਹਨਾਂ ਨੇ ਟੋਟਲੀ ਆਪਣੇ ਆਪ ਨੂੰ ਸਮਰਜ ਕਰਤਾ ਦਿੱਲੀ 'ਚ। ਇਹਨਾਂ ਨੂੰ ਪੰਜਾਬ ਦੇ ਲੋਕਾਂ ਵੱਲੋਂ ਦਿੱਤਾ ਗਿਆ ਜੋ ਸਹਿਯੋਗ ਸੀਗਾ ਜਾਂ ਜੋ ਮਤਲਬ ਕਿ ਹਲਾਰਾ ਮਿਲਿਆ ਸੀਗਾ, ਉਹਦੀ ਸਟਰੈਂਥ ਨੂੰ ਇਹਨਾਂ ਨੇ ਸਮਝਿਆ ਹੀ। ਸਹੀ ਗੱਲ। ਸਗੋਂ ਇਹ ਆਪ ਦੇ ਪਰਸਨੈਲਿਟੀ ਕਲਟ ਵਿੱਚ ਪੈ ਗਏ ਕਿ ਵੀ ਕੈਨ ਡੂ ਬੈਟਰ। ਪੀਪਲ ਕੀ ਹੈ, ਇਹਨਾਂ ਨੂੰ ਫੇਰ ਆਪਾਂ ਨਾਲ ਲਾ ਲਾਂਗੇ। ਹੁਣ ਲੋਕੀ ਅੱਕੇ ਹੋਇਆ ਨੇ, ਫੇਰ ਇਹਨਾਂ ਨੂੰ ਹੰਗਾਰਾ ਦਿੱਤਾ, ਪਰ ਆਈ ਥਿੰਕ ਦੇ ਆਰ ਔਨ ਦਾ ਰੋਂਗ ਟਰੈਕ। ਇਹ ਮੈਂ ਕਹਿ ਸਕਦਾ। ਬਾਕੀ ਜਿਹੜਾ ਸਮਾਜ ਮੋਰਚਾ ਜਾਂ ਕਿਵੇਂ ਹੈਗਾ, ਆਈ ਡੋਂਟ ਥਿੰਕ ਕਿ ਦੇ ਹੈਵ ਐਨੀ ਵਿਜ਼ਨ। ਕੱਲੀ ਖੇਤੀ ਦੀ ਨਾ ਵਿਜ਼ਨ, ਖੇਤੀ ਦੇ ਨਾਲ ਹੋਰ ਵੀ ਬਹੁਤ ਕੁਝ ਜੁੜਿਆ ਹੈ। ਸਹੀ। ਤੇ ਕੀ ਸ਼ਹਿਰਾਂ ਦੇ ਬੰਦੇ
ਉਹਨਾਂ ਨੂੰ ਐਕਸੈਪਟ ਕਰਨਗੇ ਕਿ ਨਹੀਂ। ਇੱਥੇ ਮੈਂ ਸ਼ਹਿਰ 'ਚ ਰਹਿਣਾ, ਮੈਂ ਫਾਰਮਰਸ ਦਾ ਪ੍ਰੋਟੈਸਟ ਚੱਲਦਾ ਸੀ, ਜਦੋਂ ਮੈਂ ਇੱਥੇ ਕਿਸੇ ਨੂੰ ਪੁੱਛਦਾ ਦੇ ਡੋਂਟ ਗਿਵ ਅ ਡੈਮ ਯਾਰ। ਹਾਂ, ਉਹਨਾਂ ਕੋਲ ਮਤਲਬ ਹੀ ਨਹੀਂ ਨਾ ਉਹਨਾਂ ਦਾ। ਇਹ ਸਰ ਉੱਥੋਂ ਪਿੰਡਾਂ ਤੱਕ ਦੀਆਂ ਜੂਹਾਂ ਤੱਕ ਸੀਗਾ ਇਹ। ਈਵਨ ਮੁੱਲਾਪੁਰ ਪੁੱਛ ਲਓ ਜਾਂ ਹੋਰ ਪੁੱਛ ਲਓ, ਹਾਂ ਆੜਤੀਏ ਜਿਨ੍ਹਾਂ ਦੀ ਆਪਣੀ ਉਹਨਾਂ ਨਾਲ ਰੁਜ਼ਗਾਰ ਜੁੜਿਆ ਹੋਇਆ ਹੈਗਾ, ਉਹਨਾਂ ਨੇ ਜ਼ਰੂਰ ਕੀਤਾ। ਇਹਨੂੰ ਪੁੱਛ ਵੀ ਬਹੁਤ ਕੀਤਾ ਆੜਤੀਆਂ ਨੇ, ਵੱਡੇ ਜ਼ਿਮੀਂਦਾਰਾਂ ਨੇ ਕਿ ਆਹ ਚੀਜ਼ ਆਪਾਂ ਰੋਕ ਲਈਏ। ਜਿਹੜਾ ਮਾੜਾ ਕਿਸਾਨ ਆ ਉਹਨੇ ਤਾਂ ਪਹਿਲੇ ਵੀ ਉਵੇਂ ਆ, ਹੁਣ ਵੀ ਉਵੇਂ। ਇਹ ਮਤਲਬ ਖੇਤੀ ਸੈਕਟਰ ਹੀ ਸਾਰਿਆਂ ਨਾਲੋਂ ਵੱਡਾ ਆਪਣੇ ਲਈ ਇੱਕ ਪ੍ਰੋਡਕਟਿਵ ਸੈਕਟਰ ਬਣ ਸਕਦਾ, ਪ੍ਰੋਵਾਈਡਿਵ ਕਿ ਇਹਦੇ ਵਿੱਚ ਸਟਰਕਚਰਲ ਰਿਫਾਰਮਸ ਹੋਣ। ਇਹਨਾਂ ਦੇ ਕੋਲੇ ਕੁਛ ਇਦਾਂ ਦੀ ਕਾਟੇਜ ਇੰਡਸਟਰੀ ਲੈ ਕੇ ਦਿੱਤੀ ਜਾਵੇ, ਫ੍ਰੀ ਮਾਰਕੀਟਿੰਗ ਹੋਵੇ, ਜਿੱਥੇ ਇਹ ਮੁੱਲ ਆਪ ਤੈਅ ਕਰ ਸਕਣ ਵੀ ਅਸੀਂ ਆਹ ਮੁੱਲ ਤੇ ਵੇਚਣਾ। ਉਹ ਤਾਂ ਹੋਊਗਾ ਜੇ ਇਹਨਾਂ ਕੋਲੇ ਸਟੋਰੇਜ ਫੈਸਿਲਿਟੀ ਆ। ਸਹੀ। ਜੇ ਹੁਣ ਆਲੂ 200 ਰੁਪਏ ਕਿਲੋ ਵਿਕ ਰਿਹਾ, 250, ਤਾਂ ਖੇਤ 'ਚ ਤਾਂ 50 ਰੁਪਏ ਚੱਕਿਆ ਜਾਂਦਾ, 50 ਰੁਪਏ ਦੀ ਤਾਂ ਬੋਰੀ ਚੱਕੀ ਜਾਂਦੀ, ਗੱਟੂ 500 ਦਾ ਚੱਕਿਆ ਜਾਂਦਾ। ਤਾਂ ਵਿਚਾਰੇ ਚੁਕਾ ਦਿੰਦੇ ਕਿ ਉਹਨਾਂ ਕੋਲ ਸਟੋਰੇਜ ਹੈ ਨਹੀਂ। ਸਹੀ। ਆਹ ਇਸ਼ੂਜ਼ ਨੇ ਪੰਜਾਬ ਦੇ। ਆਰ ਦੇ ਰੈਡੀ ਟੂ ਡੂ ਥੀਸ ਥਿੰਗਸ ਰੈਦਰ ਦੈਨ ਇਹਨਾਂ ਨੂੰ ਫ੍ਰੀ ਬੀਜ ਦੇਣ ਨੂੰ ਲੋਕਾਂ ਨੂੰ। ਸਹੀ। ਦੈਟਸ ਵਾਟ ਵੀ ਨੀਡ। ਬਹੁਤ ਮਿਹਰਬਾਨੀ ਗੱਲ ਸਾਹਿਬ, ਬਹੁਤ ਧੰਨਵਾਦ।